ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਦੇ ਤਖਤ ਤੇ ਸੁਭਾਏ ਮਾਨ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਸਤਿਗੁਰਾਂ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਧਰਮ ਰੱਖਿਅਕ ਸ਼ਹੀਦ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸਤਿਗੁਰਾਂ ਦੇ ਦਰਬਾਰਾਂ 'ਚ ਸਤ ਸੰਗਤ ਹਾਜ਼ਰੀਆਂ ਲਵਾ ਰਹੇ। ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸੱਜੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦਰਸ਼ਨ ਦੀਦਾਰ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕਿਰਪਾਲਤਾ ਕੀਤੀ ਹੈ, ਜੋ ਆਪਣੇ ਅਸਥਾਨਾਂ ਦੀ ਯਾਤਰਾ ਕਰਨ ਦਾ ਸਮਾਂ ਬਖਸ਼ਿਆ ਸਾਨੂੰ। ਕੋਈ ਗੁਰਸਿੱਖ ਮਹਾਰਾਜ ਦੇ ਦਰਬਾਰਾਂ 'ਚ ਹਾਜ਼ਰੀਆਂ ਭਰ ਰਿਹਾ ਹੈ ਗੁਰਾਂ ਦੀ ਰਹਿਮਤ ਲੈਣ ਲਈ, ਕੋਈ ਸੇਵਾਵਾਂ ਕਰ ਰਿਹਾ ਏ, ਸੰਗਤ ਦੇ ਜੋੜੇ ਝਾੜ ਰਿਹਾ ਏ, ਗੁਰੂ ਕੇ ਲੰਗਰਾਂ 'ਚ ਹਾਜ਼ਰੀਆਂ ਭਰ ਰਹੇ ਨੇ। ਮਹਾਰਾਜ ਦੇ ਅਸਥਾਨਾਂ 'ਤੇ ਨਿੱਤੀ ਨਵੀਆਂ ਇਮਾਰਤਾਂ ਦੇ ਵਿੱਚ ਗੁਰਸਿੱਖ ਪਿਆਰੇ ਸੇਵਾ ਕਰ ਰਹੇ ਹਨ। ਗਰੀਬ ਨਵਾਜ ਸਤਿਗੁਰੂ ਨੇ ਸਾਨੂੰ ਇਹ ਜ਼ਿੰਦਗੀ ਦਾ ਸੁਨਹਿਰੀ ਸਮਾਂ ਬਖਸ਼ਿਆ ਹੈ, ਜੋ ਸੰਗਤ ਦੇ ਵਿੱਚ ਸੇਵਾ ਵਿੱਚ ਸਿਮਰਨ ਵਿੱਚ ਬਤੀਤ ਹੁੰਦਾ ਹੈ। ਆਓ ਗਰੀਬ ਨਵਾਜ ਸਤਿਗੁਰਾਂ ਦੇ ਮੁਖੋਂ ਪ੍ਰਗਟ ਹੋਈ ਧੁਰ ਕੀ ਬਾਣੀ, ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਹਿਤ ਇਕਾਗਰਤਾ ਬਖਸ਼ੀਏ। ਸਰੀਰ ਕਰਕੇ ਜਿੱਥੇ ਵੀ ਹਾਂ, ਸੁਰਤ ਕਰਕੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰਾਂ 'ਚ ਚਰਨਾਂ 'ਚ ਹਾਜ਼ਰੀ ਲਵਾਓ, ਰਸਨਾ ਕਰੋ ਪਵਿੱਤਰ, ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਧਵ ਮਹੱਲਾ ਤੀਜਾ। ਗੁਰਮੁਖ ਮਿਲਾਏ ਮਿਲਾਏ ਆਪੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 124 ਦੇ ਉੱਤੇ ਅੱਜ ਦਾ ਪਾਵਨ ਪਵਿੱਤਰ ਸੁਭਾਏਮਾਨ ਹੈ। 124 ਅੰਗ ਤੋਂ ਸ਼ਬਦ ਦੀ ਪ੍ਰਾਰੰਭਤਾ ਹੁੰਦੀ ਹੈ। 125 ਅੰਗ ਦੇ ਉੱਤੇ ਜਾ ਕੇ ਸ਼ਬਦ ਸੰਪੂਰਨ ਹੁੰਦਾ ਹੈ। ਅਸ਼ਟਪਦੀਆਂ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਆਪਾਂ ਸਰਵਣ ਕਰ ਰਹੇ ਹਾਂ। 26ਵੀਂ ਅਸ਼ਟਪਦੀ ਹੈ ਮਾਝ ਰਾਗ ਦੇ ਅੰਦਰ, ਜਿਹਦੇ ਵਿੱਚੋਂ 5ਵੀਂ ਗੁਰੂ ਅਮਰਦਾਸ ਸਾਹਿਬ ਜੀ ਦੀ ਹੈ। ਇੱਕ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ਼ਬਦ ਆਪਾਂ ਸਰਵਣ ਕੀਤਾ ਹੈ। ਇਹ ਸੰਪੂਰਨ ਸ਼ਬਦ ਦੇ ਵਿੱਚ ਗੁਰਮੁਖਾਂ ਦੀ ਅਵਸਥਾ ਕਹੀ ਹੈ ਮਹਾਰਾਜ ਸਾਹਿਬ ਜੀ ਨੇ। ਮਾਝ ਮਹੱਲਾ ਤੀਜਾ। ਮਾਝ ਰਾਗ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਗੁਰਮੁਖ ਮਿਲੈ ਮਿਲਾਏ ਆਪੇ। ਕਹਿੰਦੇ ਜਿਹੜੇ ਗੁਰਮੁਖ ਜਨ ਨੇ ਨਾ, ਉਹ ਵਾਹਿਗੁਰੂ ਨਾਲ ਮਿਲੇ ਹੋਏ ਹਨ। ਤੇ ਮਿਲੇ ਕਿਵੇਂ ਨੇ? ਮਿਲਾਏ ਆਪੇ। ਕਹਿੰਦੇ ਵਾਹਿਗੁਰੂ ਨੇ ਆਪ ਹੀ ਮੇਲ ਲਏ ਹਨ, ਆਪ ਹੀ ਉਹਨਾਂ ਦਾ ਜੀਵਨ ਵੇਖ ਕਰਕੇ ਤੇ ਵਾਹਿਗੁਰੂ ਨੇ ਆਪਣੇ ਨਾਲ ਅਭੇਦ ਕਰ ਲਿਆ ਹੈ ਗੁਰਮੁਖਾਂ ਨੂੰ। ਗੁਰਮੁਖ ਸਾਧ ਸੰਗਤ ਗੁਰਮੁਖ ਦੀ ਸੌਖੀ ਜੀ ਵਿਆਖਿਆ ਸਮਝਣੀ ਹੋਵੇ, ਜਿਹੜਾ ਆਪਣੇ ਸਤਿਗੁਰੂ ਨੂੰ ਮੁੱਖ ਰੱਖਦਾ ਹੈ ਹਰ ਗੱਲੇ, ਭਾਵੇਂ ਉਹਦੇ ਸੰਸਾਰ ਦੇ ਗ੍ਰਸਤ ਦੇ ਕਾਰਜ ਹੋਣ, ਭਾਵੇਂ ਪਰਮਾਰਥਕ ਦੀ ਲੋੜ ਹੋਵੇ, ਹਰ ਕੰਮ ਦੇ ਵਿੱਚ ਗੁਰੂ ਨੂੰ ਅੱਗੇ ਰੱਖਣਾ, ਮੁੱਖ ਰੱਖਣਾ ਤੇ ਗੁਰੂ ਦੇ ਕਹੇ ਅਨੁਸਾਰ ਚੱਲਣਾ, ਗੁਰੂ ਦਾ ਓਟ ਆਸਰਾ ਲੈ ਕੇ ਚੱਲਣਾ ਤੇ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰਦੇ ਹਾਂ ਜ਼ਿੰਦਗੀ 'ਚ ਚੱਲਣਾ।
ਇਹ ਗੁਰਮੁਖਾਂ ਦਾ ਸੌਖਾ ਜਿਹਾ ਸਮਝਣ ਵਾਸਤੇ ਇਹ ਅਰਥ ਹੈ। ਉਹ ਇਹ ਗੁਰਮੁਖਾਂ ਦੀ ਜਿੰਨੀ ਵਿਆਖਿਆ ਗੁਰਮੁਖ ਸ਼ਬਦ ਦੀ ਹੋਵੇ ਉਨੀ ਥੋੜ੍ਹੀ ਹੈ। ਤੇ ਤੀਸਰੇ ਪਾਤਸ਼ਾਹ ਕਹਿੰਦੇ ਨੇ ਵੀ ਗੁਰਮੁਖ ਜਨ ਆਪ ਵਾਹਿਗੁਰੂ ਨਾਲ ਮਿਲੇ ਹੋਏ ਨੇ ਤੇ ਵਾਹਿਗੁਰੂ ਨੇ ਆਪ ਮਿਲਾਏ ਨੇ। ਜਾਂ ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲਦੇ ਨੇ, ਗੁਰਾਂ ਦੀ ਸੰਗਤ ਵਿੱਚ ਆਉਂਦੇ ਨੇ, ਉਹਨਾਂ ਨੂੰ ਮਿਲਾਏ ਆਪੇ, ਉਹਨਾਂ ਨੂੰ ਵੀ ਵਾਹਿਗੁਰੂ ਆਪਣੇ ਨਾਲ ਮਿਲ ਲੈਂਦਾ ਹੈ। ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ। ਤੇ ਗੁਰਮੁਖ ਜਨਾਂ ਨੂੰ ਸਾਧ ਸੰਗਤ ਜੀ ਕਾਲ ਨਾ ਜੋ ਹੈ, ਜਿਹੜਾ ਕਾਲ ਹੈ ਨਾ ਉਹ ਜੋ ਹੈ ਤਾੜ ਨਹੀਂ ਸਕਦਾ, ਕਿਉਂਕਿ ਗੁਰਮੁਖ ਕਾਲ ਦਾ ਖਾਜਾ ਨਹੀਂ ਹਨ, ਜੰਮਣ ਮਰਨ ਦੇ ਅਧੀਨ ਨਹੀਂ ਹਨ। ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਸੰਤਾਪੇ, ਸੰਗ ਭਲੀ ਪ੍ਰਕਾਰ ਤਾਪੇ ਨਾਮ ਹੁੰਦਾ ਤਪਾਉਣ ਦਾ। ਗੁਰਮੁਖਾਂ ਨੂੰ ਜੰਮਣ ਮਰਨ ਦਾ ਦੁੱਖ ਤਪਾਉਂਦਾ ਦੁਖੀ ਨਹੀਂ ਕਰਦਾ। ਗੁਰਮੁਖ ਜਨ ਜਿਹੜੇ ਹਨ ਉਹਨਾਂ ਵੱਲ ਕਾਲ ਦੀ ਨਿਗਾਹ ਨਹੀਂ ਹੋ ਸਕਦੀ। ਜਿਵੇਂ ਸਰਕਾਰੇ ਦਰਬਾਰੇ ਸਾਧ ਸੰਗਤ ਸਰਕਾਰ ਦਰਬਾਰ ਜੀ ਦੇ ਉੱਤੇ ਕੋਈ ਨਾਰਾਜ਼ਗੀ ਹੋਵੇ ਤਾਂ ਉਹ 'ਤੇ ਨਿਗਾਹ ਰੱਖਦੇ ਆ ਵੀ ਇਹ ਥੋੜ੍ਹੀ ਜਿਹੀ ਕੋਈ ਗਲਤੀ ਕਰੇ ਤਾਂ ਇਹਨੂੰ ਅਸੀਂ ਚੁੱਕੀਏ। ਗੁਪਤਚਰ ਕਹਿ ਦਿੰਦੇ ਨੇ, CID ਜਾਂ ਖੁਫੀਆ ਵਿਭਾਗ ਤੁਰੇ ਫਿਰਦੇ ਨੇ ਵੀ ਜਿਹੜਾ ਕੋਈ ਥੋੜ੍ਹੀ ਜਿਹੀ ਗਲਤੀ ਕਰੇ ਸਰਕਾਰ ਦਾ ਜੀ 'ਤੇ ਧਿਆਨ ਹੋਵੇ ਵੀ ਚੁੱਕ ਲਓ ਇਹਨੂੰ ਹੁਣ ਬਹਾਨੇ ਨਾ। ਪਰ ਗੁਰਮੁਖਾਂ ਵੱਲ ਇੱਦਾਂ ਕਾਲ ਨਹੀਂ ਨਿਗਾਹ ਰੱਖ ਸਕਦਾ, ਕਿਉਂਕਿ ਗੁਰਮੁਖ ਗਲਤੀ ਨਹੀਂ ਕਰਦੇ ਕੋਈ, ਉਹ ਤਾਂ ਸਦਾ ਰੱਬ ਦਾ ਰੂਪ ਹੋਏ ਨੇ। ਹੁਣ ਰੱਬ ਗਲਤੀ ਥੋੜ੍ਹਾ ਕਰਦਾ, ਪਰਮੇਸ਼ਰ ਜਿਹੜਾ ਏ। ਬਾਕੀ ਤਾਂ ਕਹਿੰਦੇ ਵੀ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਤੇ ਜਿਹੜੇ ਗੁਰੂ ਕਰਤਾਰ ਦੇ ਵਿੱਚ ਇੱਕਮਿਕ ਹੀ ਹੋ ਗਏ ਨੇ, ਜਿਹੜੇ ਗੁਰੂ ਸਾਹਿਬ ਦੇ ਵਿੱਚ ਪਰਮੇਸ਼ਰ 'ਚ ਲੀਨ ਹੀ ਹੋ ਗਏ ਨੇ, ਫਿਰ ਉਹਨਾਂ ਨੂੰ ਦੱਸੋ ਵੀ ਕਿਵੇਂ ਉਹ ਭੁੱਲਣਗੇ, ਕੀ ਗਲਤੀ ਕਰਨਗੇ ਉਹ। ਸੋ ਇਸ ਕਰਕੇ ਕਾਲ ਸਭ ਨੂੰ ਦੁਖੀ ਕਰਨ ਵਾਲਾ, ਸਭ ਦਾ ਵਾਰ-ਵਾਰ ਅੰਤ ਕਰਨ ਵਾਲਾ, ਜਮ ਕਾਲ ਸਜ਼ਾ ਦੇਣ ਵਾਲਾ, ਉਹਨਾਂ ਦੇ ਵੱਲ ਤਾੜ ਨਹੀਂ ਸਕਦਾ ਤੇ ਨਾ ਹੀ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਸੰਤਾਪੇ ਦੁਖੀ ਕਰਦਾ ਹੈ। ਭਾਵ ਜੰਮਣ ਮਰਨ ਵਿੱਚ ਆਉਂਦੇ ਹੀ ਨਹੀਂ ਗੁਰਮੁਖ ਜਨ। ਹਉ ਮੈਂ ਮਾਰ ਬੰਧਨ ਸਭ ਤੋੜੈ। ਜੰਮਣ ਮਰਨ ਦਾ ਤੇ ਦੁੱਖਾਂ ਦਾ ਕਾਰਨ ਤਾਂ ਹਉਮੈ ਹੈ। ਹਉਮੈ ਕਰਕੇ ਬੰਦਾ ਜੰਮਦਾ ਮਰਦਾ, ਇਹ ਹਉਮੈ ਕਰਕੇ ਦੁਖੀ ਹੁੰਦਾ। ਤੇ ਗੁਰਮੁਖਾਂ ਨੇ ਜਿਹੜੀ ਆਪਣੀ ਹਉਮੈ ਹੈ ਉਹਨਾਂ ਨੇ ਉਹ ਅੰਦਰੋਂ ਮਾਰ ਲਈ ਹੈ ਗੁਰੂ ਦਾ ਓਟ ਆਸਰਾ ਲੈ ਕੇ। ਤੇ ਕਰਤਾ ਭੋਗਤਾ ਦੇ, ਹੰਗਤਾ ਮਮਤਾ ਦੇ ਜਿਹੜੇ ਕੋਈ ਬੰਧਨ ਵੀ ਹੁੰਦੇ ਨੇ, ਇਹ ਵੀ ਸਾਰੇ ਗੁਰਮੁਖਾਂ ਨੇ ਤੋੜ ਲਏ ਹਨ। ਜਦੋਂ ਹਉਮੈ ਨੂੰ ਮਾਰਿਆ ਹੈ, ਬੰਧਨ ਸਾਰੇ ਗੁਰਮੁਖਾਂ ਦੇ ਟੁੱਟੇ ਹੋਏ ਹਨ। ਗੁਰਮੁਖ ਸਬਦੇ ਸੁਹਾਵਣਿਆ। ਫਿਰ ਮਹਾਰਾਜ ਸਾਹਿਬ ਜੀ ਦਾ ਸ਼ਬਦ ਕਮਾਉਂਦੇ ਨੇ ਸਦਾ। ਜਿਹੜੇ ਗੁਰਮੁਖ ਨੇ ਸ਼ਬਦ ਕਰਕੇ ਸੁਹਾਵਣਿਆ ਕਿ ਵੀ ਸ਼ੋਭਨੀਕ ਹੋਏ ਨੇ। ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਆ, ਸ਼ਬਦ ਦਾ ਅਭਿਆਸ ਕਰਦੇ ਨੇ, ਸ਼ਬਦ ਨੂੰ ਵਿਚਾਰਦੇ ਹਨ। ਸ਼ਬਦ ਪੜ੍ਹਨਾ ਤੇ ਵਿਚਾਰਨਾ ਇੱਕ ਅਰਥ ਵਿਚਾਰ ਹੁੰਦੀ ਹੈ, ਇਹ ਵਿਦਵਤਾ ਨਾਲ ਸੰਬੰਧਿਤ ਗੱਲ ਹੈ। ਪਰ ਵਿਦਵਾਨ ਹੋਣਾ ਤੇ ਗੁਰਮੁਖ ਹੋਣਾ ਇਹ ਇਕੱਠੇ ਹੋਣੇ ਜ਼ਰੂਰੀ ਨਹੀਂ ਹੈ। ਗੁਰਮੁਖ ਭਾਵੇਂ ਵਿਦਵਾਨ ਨਾ ਵੀ ਹੋਵੇ ਪਰ ਸਤਿਗੁਰੂ ਮਹਾਰਾਜ ਦਾ ਹੁਕਮ ਸਤ ਕਰਕੇ ਮੰਨੇ, ਉਹ ਵੀ ਤਰ ਜਾਂਦਾ ਹੈ। ਵਿਦਵਾਨ ਜੇ ਗੁਰਮੁਖ ਨਹੀਂ ਹੈ, ਜਿੰਨਾ ਮਰਜ਼ੀ ਪੜ੍ਹਿਆ ਹੋਵੇ ਉਹ ਵੀ ਡੁੱਬ ਜਾਂਦਾ। ਵਿਦਵਾਨ ਹੋਣਾ ਤੇ ਗੁਰਮੁਖ ਹੋਣਾ ਜੇ ਦੋਵੇਂ ਇਕੱਠੇ ਹੋਣ ਤਾਂ ਫਿਰ ਤਾਂ ਸੋਨੇ ਦੇ ਸੁਹਾਗੇ ਦੀ ਗੱਲ ਹੈ। ਨਹੀਂ ਤੇ ਸਾਧ ਸੰਗਤ ਜੀ ਜਿਹੜੇ ਗੁਰਮੁਖ ਨੇ ਉਹ ਸ਼ਬਦ ਕਰਕੇ ਸ਼ੋਭਨੀਕ ਹਨ। ਜੇ ਇਕੱਲਾ ਕਹੀਏ ਨਾ ਵੀ ਅਰਥ ਵਿਚਾਰਨ ਦੀ ਗੱਲ, ਅਰਥ ਤਾਂ ਸਾਰੇ ਵਿਦਵਾਨ ਹੀ ਵਿਚਾਰ ਲੈਂਦੇ ਨੇ, ਪਰ ਸਾਰੇ ਗੁਰਮੁਖ ਸਾਰੇ ਗੁਰਮੁਖ ਤਾਂ ਨਹੀਂ ਬਣ ਜਾਂਦੇ। ਸਾਰੇ ਤਾਂ ਪਰਮੇਸ਼ਰ ਦੇ ਦਰ 'ਤੇ ਸ਼ੋਭਾ ਨਹੀਂ ਪਾਉਂਦੇ, ਇੱਥੇ ਰੁਲਦੇ ਫਿਰਦੇ ਆ ਕਿੱਡੇ ਕਿੱਡੇ ਵਿਦਵਾਨ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਵੀ ਜਿਹੜੇ ਗੁਰਮੁਖ ਜਾਨਾਂ ਨੇ ਅੰਦਰੋਂ ਹਉਮੈ ਮਾਰ ਲਈ ਹੈ, ਹੰਗਤਾ ਤੇ ਮਮਤਾ, ਮੈਂ ਤੇ ਮੇਰੀ, ਤੇ ਬੰਧਨ ਜਿਹੜੇ ਕਰਤਾ ਭੋਗਤਾ ਦੇ। ਬੰਧਨ ਇੱਦਾਂ ਹੁੰਦਾ ਨਾ ਜਿਵੇਂ ਕਿਸੇ ਨੂੰ ਬੰਨ੍ਹਿਆ ਹੋਵੇ ਤੇ ਉਹ ਕਿਤੇ ਜਾ ਨਹੀਂ ਸਕਦਾ। ਇਵੇਂ ਜਿੰਨਾ ਚਿਰ ਬੰਦੇ ਦੇ ਅੰਦਰ ਇਹ ਆ ਨਾ ਵੀ ਮੈਂ ਆਹ ਕੰਮ ਕਰਦਾ ਹਾਂ, ਮੈਂ ਭੋਗਦਾ ਹਾਂ, ਆਹ ਘਰ ਮੇਰਾ, ਆਹ ਸਰੀਰ ਮੇਰਾ, ਮੈਂ ਐਂ ਕਰ ਦੂੰ, ਇਹ ਮੰਨੋ ਵੀ ਉਹਨੂੰ ਜੰਜੀਰਾਂ ਪਈਆਂ ਨੇ ਵਾਹਿਗੁਰੂ ਦੇ ਦਰ ਵੱਲ, ਪਰਮੇਸ਼ਰ ਦੇ ਘਰ ਵੱਲ ਉਹ ਜਾ ਹੀ ਨਹੀਂ ਸਕਦਾ। ਗੁਰਮੁਖਾਂ ਪਹਿਲਾਂ ਇਹ ਜੰਜੀਰਾਂ ਬੰਧਨ ਤੋੜੇ ਨੇ ਤੇ ਉਹ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਨੇ,
ਅਭਿਆਸ ਇਹ ਕਰਦੇ ਨੇ ਵੀ ਜਿਵੇਂ ਗੁਰਾਂ ਨੇ ਕਿਹਾ ਉਸ ਅਨੁਸਾਰ ਚੱਲਦੇ ਨੇ, ਅਭਿਆਸ ਹੁੰਦਾ ਹੈ। ਇੱਕ ਤਾਂ ਹੁੰਦਾ ਨਾ ਵੀ ਆਪਾਂ ਸ਼ਬਦ ਨੂੰ ਇੱਕ ਨੂੰ 10 ਵਾਰਾਂ 100 ਵਾਰਾਂ 1000 ਵਾਰਾਂ ਪੜ੍ਹੀਏ, ਇਹ ਵੀ ਅਭਿਆਸ ਹੁੰਦਾ ਏ। ਪਹਿਲਾਂ ਇਹ ਵੀ ਕਰਨਾ ਪੈਂਦਾ, ਪਰ ਇਹੀ ਇਕੱਲਾ ਅਭਿਆਸ ਨਹੀਂ, ਇਹ ਤੋਂ ਅੱਗੇ ਅਭਿਆਸ ਸ਼ਬਦ ਆ ਉਹ ਹੁੰਦਾ ਹੈ ਵੀ ਜਿਵੇਂ ਜਿਵੇਂ ਗੁਰਾਂ ਨੇ ਕਹਿ ਤਾ ਉਸੇ ਤਰ੍ਹਾਂ ਹੀ ਚੱਲਣਾ, ਇਹਨੂੰ ਅਭਿਆਸ ਕਹਿੰਦੇ ਨੇ। ਅਤੇ ਗੁਰਮੁਖ ਇਹ ਕਮਾਈ ਕਰਦੇ ਹਨ, ਇਸੇ ਕਰਕੇ ਸੁਹਾਵਣੇ ਆ, ਸੋਹਣੇ ਜੀਵਨ ਵਾਲੇ ਬਣੇ ਨੇ, ਸ਼ੋਭਾ ਪਾਉਂਦੇ ਹਨ ਸ਼ਬਦ ਦੁਆਰਾ। ਹਉ ਵਾਰੀ ਜੀਉ ਵਾਰੀ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਅਸੀਂ ਮਨ ਕਰਕੇ ਬਲਿਹਾਰ ਹਾਂ ਉਹਨਾਂ ਤੋਂ, ਅਸੀਂ ਸਰੀਰ ਕਰਕੇ ਕੁਰਬਾਨ ਹਾਂ, ਜਾਂ ਹਉ ਵਾਰੀ ਜਿਨ੍ਹਾਂ ਨੇ ਹਉ ਵਾਰ ਦਿੱਤੀ ਹੈ, ਜੀਓ ਵਾਰੀ ਕਹਿੰਦੇ ਉਹਨਾਂ ਤੋਂ ਅਸੀਂ ਆਪਣਾ ਜੀਓ ਅੰਤঃਕਰਣ ਹੀ ਕੁਰਬਾਨ ਕਰਦੇ ਹਾਂ। ਧੰਨ ਹਨ ਉਹ ਗੁਰਸਿੱਖ ਪਿਆਰੇ। ਨਾਮ ਸੁਹਾਵਣਿਆ। ਕਿਹਨਾਂ ਤੋਂ ਬਲਿਹਾਰ ਜਾਂਦੇ ਨੇ ਤੀਸਰੇ ਪਾਤਸ਼ਾਹ, ਕਹਿੰਦੇ ਵੀ ਜਿਹੜੇ ਹਰ ਵੇਲੇ ਹੀ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ, ਤੇ ਨਾਮ ਜਪਦਿਆਂ ਸੁਹਾਵਣਿਆਂ ਸੋਭਨੀਕ ਹੋ ਗਏ ਨੇ, ਸੋਹਣੇ ਜੀਵਨ ਵਾਲੇ ਹੋ ਗਏ ਨੇ, ਵਿਕਾਰਾਂ ਤੋਂ ਰਹਿਤ ਜੀਵਨ ਵਾਲੇ ਹੋ ਗਏ ਨੇ। ਉਹਨਾਂ ਨਾਮ ਜਪਣ ਵਾਲਿਆਂ ਤੋਂ ਅਸੀਂ ਸਦਾ ਹੀ ਸਦਕੇ ਹਾਂ। ਧੰਨ ਹਨ ਉਹ ਗੁਰਸਿੱਖ ਪਿਆਰੇ। ਗੁਰਮੁਖ ਗਾਵੈ ਗੁਰਮੁਖ ਨਾਚੈ। ਜਿਹੜਾ ਗੁਰਮੁਖ ਹੈ, ਗੁਰੂ ਮਹਾਰਾਜ ਸਾਹਿਬ ਜੀ ਨੂੰ ਮੁੱਖ ਰੱਖਦਾ ਹਰ ਸਮੇਂ, ਉਹ ਗੁਰਮੁਖ ਜਨ ਪਰਮੇਸ਼ਰ ਦੇ ਗੁਣਾਂ ਨੂੰ, ਵਾਹਿਗੁਰੂ ਦੇ ਜਸ ਨੂੰ ਗਾਉਂਦੇ ਹਨ ਪ੍ਰਤੱਖ ਰਸਨਾ ਦੇ ਨਾਲ ਤੇ ਪ੍ਰੀਤ ਰੂਪੀ ਰਸਨਾ ਨਾਲ। ਤੇ ਜਿੱਥੇ ਗਾਵੇ ਸ਼ਬਦ ਆਵੇ ਉੱਥੇ ਨਾਲ ਗਾਉਣਾ ਤੇ ਨਾਲ ਨੱਚਣਾ ਵੀ ਆ ਜਾਂਦਾ ਨਾ। ਜਿਵੇਂ ਪੁਰਾਣੇ ਸਮੇਂ 'ਚ ਜਾਂ ਹੁਣ ਵੀ ਕਈ ਥਾਵਾਂ 'ਤੇ ਜਿਹੜੇ ਰਾਸ ਧਾਰੀਏ ਹੈ ਉਹ ਗਾਉਂਦੇ ਨੇ, ਤੇ ਜਦੋਂ ਗਾਉਂਦੇ ਨੇ ਨਾਲ ਨੱਚਦੇ ਹਨ। ਕਹਿੰਦੇ ਗਾਉਂਦੇ ਤੇ ਨੱਚਦੇ ਗੁਰਮੁਖ ਵੀ ਨੇ, ਪਰ ਇਹਨਾਂ ਦਾ ਗਾਉਣਾ ਨੱਚਣਾ ਕੀ ਹੈ, ਉਹ ਆਪਣਾ ਹੀ ਜੋ ਚਿੱਤ ਆਵੇ ਗਾਈ ਜਾਂਦੇ ਹਨ। ਪਰ ਗੁਰਮੁਖ ਪਰਮੇਸ਼ਰ ਦੇ ਗੁਣ ਨੂੰ ਗਾਉਂਦੇ ਨੇ, ਕੇਵਲ ਗੁਣਾਂ ਨੂੰ, ਵਾਹਿਗੁਰੂ ਦੇ ਜਸ ਨੂੰ ਗਾਉਂਦੇ ਨੇ। ਤੇ ਗੁਰਮੁਖ ਜਨ ਪਰਮੇਸ਼ਰ ਦਾ ਫਿਰ ਨਾਮ ਜਪਦੇ ਹੈ। ਜਿਹੜਾ ਨਾਮ ਜਪਦੇ ਹੈ ਤੇ ਨਾਮ ਜਪਦਿਆਂ ਸਤ ਕੀ ਹੈ ਅਸਤ ਕੀ ਹੈ, ਇਸ ਗੱਲ ਦਾ ਨਿਰਣਾ ਕਰਨ ਰੂਪੀ ਨੱਚਦੇ ਹਨ। ਇੱਕ ਤਾਂ ਨੱਚਣਾ ਹੈ ਸਰੀਰ ਕਰਕੇ, ਪਰ ਗੁਰਮੁਖ ਕਿਹੜਾ ਨੱਚਦੇ ਨੇ, ਗੁਰਮੁਖ ਗੁਰਾਂ ਦੇ ਹੁਕਮ ਤੇ ਨੱਚਦੇ, ਜਿਹੜਾ ਹੁਕਮ ਤੇ ਪਹਿਰਾ ਦੇਣਾ ਵੀ ਜੋ ਗੁਰੂ ਨੇ ਕਿਹਾ ਮੈਂ ਤਾਂ ਉਹੀ ਕਰੂੰ। ਹੁਣ ਇਹ ਗੁਰਮੁਖਾਂ ਦਾ ਨੱਚਣਾ ਹੈ ਵੀ ਮੈਂ ਤਾਂ ਸਤਿਗੁਰੂ ਨੇ ਜੋ ਕਹਿ ਤਾ ਉਸ ਦੇ ਅਨੁਸਾਰ ਹੀ ਚੱਲਾਂਗਾ। ਜਾਂ ਗੁਰਮੁਖ ਨਾਚੈ ਦਾ ਅਰਥ ਹੀ ਨਿਰਣਾ ਹੈ। ਗੁਰਮੁਖ ਨਿਰਣਾ ਕਰਦੇ ਰਹਿੰਦੇ ਨੇ ਹਰ ਸਮੇਂ। ਮਹਾਰਾਜ ਸਾਹਿਬ ਜੀ ਦਾ ਜੀਵਨ ਕੀ ਹੈ, ਅਸੀਂ ਕੀ ਜੀਵਨ ਜਿਉਂਦੇ ਰਹੇ ਹਾਂ, ਗੁਰੂ ਨੇ ਸਾਨੂੰ ਕੀ ਸਿੱਖਿਆ ਦਿੱਤੀ, ਅਸੀਂ ਕਿੱਧਰ ਤੁਰੇ ਫਿਰਦੇ ਹਾਂ, ਇਵੇਂ ਸਤ ਕੀ ਹੈ ਅਸਤ ਕੀ ਹੈ, ਬ੍ਰਹਮ ਸਤ ਰੂਪ ਹੈ, ਸੰਸਾਰ ਅਸਤ ਜੜ ਦੁੱਖ ਰੂਪ ਹੈ, ਜਾਂ ਪਰਮੇਸ਼ਰ ਸਤਿਚਿਤ ਆਨੰਦ ਸਰੂਪ ਹੈ, ਜਾਂ ਮਰਨਾ ਸੱਚ ਹੈ ਤੇ ਸੰਸਾਰ ਦੇ ਵਿੱਚ ਜਿਉਂਦੇ ਰਹਿਣਾ ਸਦਾ ਇਹ ਝੂਠ ਹੈ। ਇੱਦਾਂ ਦਾ ਨਿਰਣਾ ਗੁਰਮੁਖ ਜਨ ਕਰਮ ਰੂਪੀ ਨੱਚਦੇ ਹਨ। ਹਰਿ ਸੇਤੀ ਚਿਤੁ ਲਾਵਣਿਆ। ਤੇ ਉਹ ਹਮੇਸ਼ਾ ਹੀ ਹਰੀ ਵਾਹਿਗੁਰੂ ਦੇ ਸੇਤੀ ਹੁੰਦਾ, ਨਾਲ ਆਪਣੇ ਚਿੱਤ ਨੂੰ ਲਾਵਣਿਆ ਲਾਉਂਦੇ ਨੇ। ਜਿਹੜਾ ਚਿੱਤ ਹੈ, ਮਨ ਹੈ, ਮਨ ਤਾਂ ਬਾਹਰ ਜਾਂਦਾ ਹੈ, ਦੌੜ ਕੇ ਜਾਂਦਾ, ਪਰ ਉਹ ਮਨ ਨੂੰ ਘੇਰ ਕੇ ਤੇ ਚਿੱਤ ਦੀ ਬਿਰਤੀ ਨੂੰ ਹਰੀ ਨਾਲ ਜੋੜ ਕੇ ਰੱਖਦੇ ਆ। ਹੁਣ ਜਿਹਦੀ ਵਿਚਾਰ ਤਗੜੀ ਹੁੰਦੀ ਉਹ ਤਾਂ ਮਨ ਨੂੰ ਮੋੜ ਲਿਆਉਂਦਾ, ਜਿਹਦੀ ਵਿਚਾਰ ਕਮਜ਼ੋਰ ਹੋਵੇ ਉਹਦੇ ਮਨ ਨੂੰ ਨਹੀਂ ਕਾਬੂ ਆਉਂਦਾ। ਜਿਵੇਂ ਬੱਚਿਆਂ ਦੇ ਉੱਤੇ ਜਿਸ ਮਾਪੇ ਦਾ ਕਾਬੂ ਹੋਵੇ, ਉਹ ਤਾਂ ਨਿਆਣਾ ਕਿਤੇ ਬਾਹਰ ਜਾਵੇ ਕੋਈ ਖਰਾਬੀ ਕਰਨ ਉਹਨੂੰ ਰੋਕ ਲੈਂਦੇ ਆ, ਤੇ ਜਿਨ੍ਹਾਂ ਦੇ ਨਹੀਂ ਕਾਬੂ ਹੁੰਦਾ ਉਹ ਜਿਹੜੇ ਆਪੋਂ ਆਕੀ ਹੋਏ ਹੁੰਦੇ ਆ ਉਹ ਮਨ ਮਰਜ਼ੀਆਂ ਕਰਦੇ, ਜਿੱਥੇ ਮਰਜ਼ੀ ਖਰਾਬੀਆਂ ਕਰਦੇ ਨੇ। ਇਸੇ ਤਰ੍ਹਾਂ ਹੀ ਸਾਧ ਸੰਗਤ ਜਿਨ੍ਹਾਂ ਦਾ ਵਿਚਾਰ ਪ੍ਰਬਲ ਹੁੰਦਾ ਹੈ ਨਾ, ਜਿਨ੍ਹਾਂ ਦੇ ਵਿਚਾਰ ਦੇ ਵਿੱਚ ਸ਼ਕਤੀ ਹੈ, ਮਨ ਸਾਰਿਆਂ ਦਾ ਹੀ ਬਾਹਰ ਜਾਂਦਾ ਹੈ, ਮਨ ਹਰ ਇੱਕ ਦਾ ਬਾਹਰ ਨੂੰ ਦੌੜਦਾ, ਪਰ ਜਿਨ੍ਹਾਂ ਦਾ ਵਿਚਾਰ ਪੱਕਾ ਹੈ, ਜਿਨ੍ਹਾਂ ਦੇ ਅੰਦਰ ਦ੍ਰਿੜਤਾ ਹੈ ਗੁਰ ਸ਼ਬਦ ਦੀ, ਉਹ ਝੱਟ ਹੀ ਮੋੜ ਲੈਂਦੇ ਨੇ ਵੀ ਚੱਲ ਮੁੜ ਪਿੱਛੇ ਨੂੰ, ਕਿਉਂਕਿ ਇਤਿਹਾਸ ਦਾ ਵਚਨ ਹੈ ਮਨ ਲੋਚੈ ਬੁਰਿਆਈਆਂ। ਇਹ ਤਾਂ ਕੁਝ ਨਾ ਕੁਝ ਮਾੜਾ ਲੋਚਦਾ ਹੀ ਰਹਿੰਦਾ, ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਗੁਰੂ ਦੇ ਸ਼ਬਦ ਨਾਲ ਕਹਿੰਦੇ ਮਨ ਨੂੰ ਮੋੜ ਲੈਣਾ ਚਾਹੀਦਾ। ਜਿਵੇਂ ਪਸ਼ੂ ਚਾਰਨ ਜਾਂਦੇ ਹੁੰਦੇ ਸਨ ਲੋਕ ਪਹਿਲਾਂ,
ਹੁਣ ਵੀ ਜਿੱਥੇ ਮੱਝਾਂ ਗਾਵਾਂ 'ਚ ਲੈ ਕੇ ਲੰਘਣਾ ਪੈਂਦਾ ਹੈ ਨਾ, ਜਿੱਥੇ ਕੋਈ ਖੇਤ ਆਸੇ ਪਾਸੇ ਹੋਣ, ਹਰੇ ਖੇਤ, ਤੇ ਪਸ਼ੂ ਦਾ ਸੁਭਾਅ ਕੀ ਹੈ ਵੀ ਉਹਨੇ ਮੂੰਹ ਮਾਰਨਾ ਹੀ ਮਾਰਨਾ ਹੈ। ਪਤਾ ਡੰਡੇ ਨਾਲ ਮੋੜ ਕੇ ਉੱਤੇ ਕਾਬੂ ਕਰਕੇ ਰੱਖਣਾ ਪੈਂਦਾ। ਜੇ ਆਖੋ ਨਾ ਵੀ ਮੈਂ ਇਹ 'ਤੇ ਕਾਬੂ ਕੰਟਰੋਲ ਨਾ ਰੱਖਾਂ ਤੇ ਆਪਣੇ ਆਪ ਹੀ ਇਹ ਮੂੰਹ ਨਾ ਮਾਰੇ, ਇੱਦਾਂ ਨਹੀਂ ਹੋ ਸਕਦਾ। ਜਾਂ ਤਾਂ ਉਹਦਾ ਮੂੰਹ ਬੰਨਣਾ ਪਊਗਾ ਤੇ ਜਾਂ ਡੰਡਾ ਕਾਇਮ ਰੱਖਣਾ ਪਊਗਾ। ਇਸੇ ਤਰ੍ਹਾਂ ਮਨ ਕਰਦਾ ਹੈ। ਮਨ ਹਰਿਆਲ ਪਸ਼ੂ ਦੀ ਨਿਆਈ ਹੈ। ਗੁਰਬਾਣੀ 'ਚ ਮਹਾਰਾਜ ਨੇ ਕਈ ਥਾਵਾਂ ਕਿਹਾ ਵੀ ਹਰਿਆਲ ਪਸ਼ੂ, ਜਿਹੜਾ ਹਰੇ ਨੂੰ ਵੇਖ ਕੇ ਤੇ ਪਸ਼ੂ ਟੁੱਟ ਕੇ ਪੈ ਜਾਂਦਾ, ਐਵੇਂ ਹੀ ਮਨ ਹੈ। ਇਹ ਮਨ ਹਰ ਸਮੇਂ ਜਿਹੜਾ ਹੈ ਨਾ, ਇਹਨੂੰ ਬਸ ਰਾਹ ਚਾਹੀਦਾ ਏ। ਕੋਈ ਤਮਾਸ਼ਾ ਵੇਖਣਾ ਹੋਵੇ, ਕਿਸੇ ਦੀ ਨਿੰਦਾ ਕਰਨੀ ਹੋਵੇ, ਚੁਗਲੀ ਕਰਨੀ ਹੋਵੇ, ਕਿਸੇ ਦਾ ਨੁਕਸਾਨ ਕਰਨਾ ਹੋਵੇ, ਇਹ ਹਰ ਸਮੇਂ ਤਿਆਰ ਹੀ ਰਹਿੰਦਾ ਮਾੜੇ ਪਾਸੇ ਨੂੰ ਜਾਣ ਵੱਲੋਂ। ਪਰ ਕਹਿੰਦੇ ਗੁਰੂ ਸ਼ਬਦ ਰੂਪੀ ਡੰਡਾ ਕੁੰਡਾ ਰੱਖਣਾ ਪੈਣਾ ਕਾਇਮ। ਉਹ ਜਿੰਨਾ ਹੀ ਕਾਇਮ ਰੱਖਾਂਗੇ, ਜਿੰਨਾ ਹੀ ਗੁਰੂ ਮਹਾਰਾਜ ਦੇ ਸ਼ਬਦ ਦੇ ਅਨੁਸਾਰ ਇਹਨੂੰ ਚਲਾਵਾਂਗੇ, ਓਨਾ ਹੀ ਇਹ ਬਚ ਕੇ ਰਹੂਗਾ। ਜਿਵੇਂ ਪਹਾੜ ਤੋਂ ਥੱਲੇ ਨੂੰ ਤਾਂ ਕੋਈ ਵੀ ਚੀਜ਼ ਸੌਖੀ ਹੈ, ਥੱਲੇ ਡਿੱਗ ਪੈਂਦੀ, ਐਵੇਂ ਹੀ ਮਨ ਦਾ ਸੁਭਾਅ ਹੈ, ਥੱਲੇ ਨੂੰ ਡਿੱਗਦਾ। ਪਹਾੜ ਨੂੰ ਚੜ੍ਹਨਾ ਹੀ ਔਖਾ ਹੁੰਦਾ ਨਾ, ਐਵੇਂ ਮਨ ਨੂੰ ਕਾਬੂ ਕਰਨਾ ਹੀ ਔਖਾ ਹੈ। ਪਰ ਗੁਰਮੁਖ ਜਨ ਕਰਕੇ ਰੱਖਦੇ ਨੇ, ਉਹ ਹਰੀ ਦੇ ਨਾਲ ਆਪਣੇ ਚਿੱਤ ਦੀ ਬਿਰਤੀ ਲਾ ਕੇ ਮਨ ਨੂੰ ਟਿਕਾ ਕੇ ਸਦਾ ਰਹਿੰਦੇ ਹਨ। ਗੁਰਮੁਖਾਂ ਦਾ ਜੀਵਨ ਇਹੀ ਹੈ ਵੀ ਸਦਾ ਵਾਹਿਗੁਰੂ ਨਾਲ ਚਿੱਤ ਜੋੜੀ ਰੱਖਦੇ ਹਨ। ਵਿਸ਼ਰਾਮ ਦੇ ਕੇ ਅਸਥਾਈ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਗੁਰਮੁਖ ਜੀਵੈ ਮਰੈ ਪ੍ਰਵਾਣ। ਫਿਰ ਗੁਰਮੁਖ ਜਿਹੜੇ ਹਨ ਉਹ ਜਿਉਂਦੇ ਹੋਣ, ਸਰੀਰ ਕਰਕੇ ਚੜ੍ਹਾਈ ਵੀ ਕਰ ਜਾਣ, ਉਹ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੀ ਹਨ। ਉਹ ਦੋਵਾਂ ਅਵਸਥਾ ਦੇ ਵਿੱਚ ਹੀ ਕਬੂਲ ਨੇ। ਜਿਉਂਦੇ ਪ੍ਰਵਾਨ ਐਵੇਂ ਹੈ ਵੀ ਇੱਥੇ ਰਹਿੰਦਿਆਂ ਹੋਇਆਂ ਆਪ ਉਹ ਕਮਾਈ ਕਰਦੇ ਰਹਿੰਦੇ ਆ ਤੇ ਲੱਖਾਂ ਕਰੋੜਾਂ ਹੀ ਜੀਵਾਂ ਦਾ ਉਧਾਰ ਕਰ ਦਿੰਦੇ ਗੁਰਮੁਖ। ਨਾਮ ਜਪਾ ਕੇ, ਉਹਨਾਂ ਨੂੰ ਉਪਦੇਸ਼ ਦੇ ਕੇ, ਅੰਮ੍ਰਿਤ ਛਕਾ ਕੇ, ਅੱਗੇ ਤੋਂ ਅੱਗੇ ਪਤਾ ਨਹੀਂ ਕਿੰਨੇ ਗੁਰਮੁਖਾਂ ਦਾ ਉਧਾਰ ਗੁਰਮੁਖ ਜਨ ਕਰ ਦਿੰਦੇ ਹਨ। ਜਿਸ ਕਰਕੇ ਗੁਰਮੁਖ ਜਿਉਂਦੇ ਹੋਏ ਵੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨੇ। ਸਰੀਰ ਕਰਕੇ ਜਦੋਂ ਚੜ੍ਹਾਈ ਵੀ ਕਰ ਜਾਣ, ਚਾਲਾ ਵੀ ਮਾਰ ਜਾਣ, ਤਾਂ ਫੇਰ ਵੀ ਉਹ ਨਾਮ ਜਪਦੇ ਹੋਣ ਕਰਕੇ ਵਾਹਿਗੁਰੂ ਦੇ ਵਿੱਚ ਹੀ ਜਾ ਕੇ ਇੱਕਮਿਕ ਹੋ ਜਾਂਦੇ ਹਨ। ਸਰੀਰ ਦੇ ਮਰ ਜਾਣ ਕਰਕੇ, ਸਰੀਰ ਤਿਆਗਣ ਤੋਂ ਬਾਅਦ ਵਾਹਿਗੁਰੂ 'ਚ ਲੀਨ ਹੁੰਦੇ ਨੇ, ਇਸ ਕਰਕੇ ਉਹ ਵੀ ਉੱਥੇ ਵੀ ਪ੍ਰਵਾਨ ਹਨ। ਫਿਰ ਇੱਕ ਉਹਨਾਂ ਗੁਰਮੁਖਾਂ ਦਾ ਹੋਰ ਐਸਾ ਜੀਵਨ ਹੈ ਵੀ ਚੜ੍ਹਾਈ ਕਰਨ ਤੋਂ ਬਾਅਦ ਵੀ ਫਿਰ ਕਈਆਂ ਨੂੰ ਵੈਰਾਗ ਲੱਗਦਾ। ਉਹਨਾਂ ਦਾ ਜੀਵਨ ਪੜ੍ਹ ਕੇ ਸੁਣ ਕੇ ਵੀ ਕੈਸੇ ਮਹਾਂਪੁਰਖ ਹੋਏ ਆ ਗੁਰਮੁਖ। ਉਹਨਾਂ ਦਾ ਜੀਵਨ ਪੜ੍ਹ ਕੇ ਹੀ ਕਈ ਵੈਰਾਗ ਵਿੱਚ ਆ ਕੇ ਤੇ ਚੰਗੇ ਪਾਸੇ ਲੱਗ ਜਾਂਦੇ ਨੇ। ਤਾਈਓ ਇਹ ਮਹਾਰਾਜ ਦੇ ਪਿਆਰਿਆਂ ਦੀ ਮਹਿਮਾ ਵਿੱਚ ਭਾਈ ਸਾਹਿਬ ਨੇ ਬਚਨ ਕਿਹਾ ਨਾ ਵੀ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਕਹਿੰਦੇ ਵੀ ਇੱਥੇ ਵੀ ਉਹ ਜੀਵਨ ਸਵਾਰ ਗਏ, ਅੱਗੇ ਜਾ ਕੇ ਵੀ ਉਹਨਾਂ ਨੇ ਸਾਧ ਸੰਗਤ ਜੀਵਨ ਆਪਣਾ ਜਿਹੜਾ ਹੈ ਵਾਹਿਗੁਰੂ ਵਿੱਚ ਅਭੇਦ ਹੋਣ ਕਰਕੇ ਅੱਗੇ ਵੀ ਪ੍ਰਵਾਨ ਹੋ ਗਏ। ਜਿਵੇਂ ਬਾਬਾ ਗੁਰਮੁਖ ਸਿੰਘ ਜੀ ਤਰਨੇ ਦਲ ਦੇ 10ਵੇਂ ਜਥੇਦਾਰ ਸਨ। ਇੱਥੇ ਮਹਾਂਪੁਰਖ ਜਦੋਂ ਆਏ ਬਾਬੇ ਬਕਾਲੇ ਸਾਹਿਬ ਦੀ ਧਰਤੀ 'ਚ, ਇੱਥੇ ਇੱਕ ਛੋਟਾ ਜਿਹਾ ਕੋਠਾ ਸੀ, ਇਸ ਤੋਂ ਇਲਾਵਾ ਬਾਬੇ ਬਕਾਲੇ 'ਚ ਕੁਝ ਹੈ ਹੀ ਨਹੀਂ ਸੀ। ਭੋਰਾ ਸਾਹਿਬ ਵਾਲੇ ਅਸਥਾਨ 'ਤੇ ਹੋਰ ਕੋਈ ਵੀ ਆ ਜਿਵੇਂ ਹੁਣ ਤੁਸੀਂ ਵੇਖਦੇ ਹੋ ਇੱਦਾਂ ਨਹੀਂ ਸੀ। ਅਤੇ ਇਹ ਜਿੱਥੇ ਸਰੋਵਰ ਬਣਿਆ ਇੱਥੇ ਵੀ ਟੋਭਾ ਹੀ ਸੀ ਛੱਪੜ ਦੀ ਸ਼ਕਲ ਵਿੱਚ। ਉਹ ਮਹਾਂਪੁਰਖ ਇੱਥੇ ਆਏ, ਇੱਥੇ ਆ ਕੇ ਉਹਨਾਂ ਨੇ ਇਹੋ ਜਿਹੀ ਕਮਾਈ ਕੀਤੀ ਵੀ ਸਾਰਾ ਨਗਰ ਵੀ ਸੁਧਰ ਗਿਆ, ਕਿੱਡੇ ਕਿੱਡੇ ਅਸਥਾਨਾਂ ਦੀ ਸੇਵਾ ਕਰਤੀ। ਅਤੇ ਬਾਬਾ ਗੁਰਮੁਖ ਸਿੰਘ ਐਸੇ ਮਹਾਂਪੁਰਖ ਹੋਏ ਜਿਨ੍ਹਾਂ ਦੇ ਸੇਵਕ ਬਾਬਾ ਸਾਧੂ ਸਿੰਘ ਅਤੇ ਬਾਬਾ ਗੁਰਮੁਖ ਸਿੰਘ, ਇੱਕ ਤਾਂ ਪਟਿਆਲੇ ਵਾਲੇ ਮਹਾਂਪੁਰਖ ਹੋਏ ਨੇ ਨਾ ਕਾਰ ਸੇਵਾ ਵਾਲੇ, ਇਹ ਤਰਨੇ ਦਲ ਦੇ ਜਥੇਦਾਰ ਦੀ ਸਾਖੀ ਹੈ। ਇਹਨਾਂ ਕੋਈ ਸਾਧ ਸੰਗਤ ਫਿਰ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਅੰਮ੍ਰਿਤ ਛਕਿਆ। ਫਿਰ ਉਹਨਾਂ ਵੇਖੋ ਅੱਗੇ ਕਿੰਨਿਆਂ ਨੂੰ ਛਕਾਇਆ। ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਮਹਾਂਪੁਰਖ, ਉਹਨਾਂ ਨੇ ਵੀ ਆ ਕੇ ਇਹਨਾਂ ਤਰਨੇ ਦਲ ਦੇ ਮਹਾਂਪੁਰਖਾਂ ਕੋਲ ਅੰਮ੍ਰਿਤ ਛਕਿਆ ਅਨੰਦਪੁਰ ਸਾਹਿਬ। ਉਹਨਾਂ ਨੇ ਅੱਗੇ 10 ਲੱਖ ਤੋਂ ਵੱਧ ਨੂੰ ਅੰਮ੍ਰਿਤ ਛਕਾਇਆ। ਸੋ ਇਸ ਤਰ੍ਹਾਂ ਬਾਬਾ ਸੋਹਣ ਸਿੰਘ ਜੀ ਦਲ ਬਾਬਾ ਵਿਧੀ ਚੰਦ ਵਾਲੇ, ਉਹਨਾਂ ਮਹਾਂਪੁਰਖਾਂ ਨੇ ਕਿੰਨਿਆਂ ਦਾ ਉਧਾਰ ਕੀਤਾ।
ਉਹਨਾਂ ਨੂੰ ਵੀ ਭਾਗ ਬਾਬਾ ਗੁਰਮੁਖ ਸਿੰਘ ਜੀ ਦੀ ਸੇਵਾ ਇੱਥੇ ਸਰੋਵਰ ਬਾਬਾ ਬਕਾਲਾ ਸਾਹਿਬ ਕਰਕੇ ਲੱਗੇ। ਇਸ ਤਰ੍ਹਾਂ ਮਹਾਂਪੁਰਖ ਵੱਡੇ ਵੱਡੇ ਜਿਹੜੇ ਹੋਏ ਨਾ ਬ੍ਰਹਮ ਗਿਆਨੀ, ਜੇ ਉਹਨਾਂ ਦਾ ਨਾਂ ਲਈਏ ਤਾਂ ਸਾਰੇ ਇੱਥੇ ਆ ਕੇ ਬਾਬਾ ਗੁਰਮੁਖ ਸਿੰਘ ਜੀ ਜੋ ਤਰਨੇ ਦਲ ਦੇ 10ਵੇਂ ਜਥੇਦਾਰ, ਉਹਨਾਂ ਮਹਾਂਪੁਰਖਾਂ ਤੋਂ ਵਰੋਸ ਆਏ ਗਏ। ਉਹਨਾਂ ਨੇ ਆਪਣਾ ਜੀਵਨ ਵੇਖੋ ਸੁਧਾਰਿਆ ਹੀ ਹੈ, ਕਿੰਨਿਆਂ ਦਾ ਅੱਗੇ ਜੀਵਨ ਸੁਧਾਰਿਆ। ਫਿਰ ਬਾਬਾ ਬਿਸ਼ਨ ਸਿੰਘ ਸਾਹਿਬ, ਉਹਨਾਂ ਬਾਰੇ ਤਾਂ ਇਸ ਨਗਰ ਦੇ ਇਲਾਕੇ ਦੀ ਸੰਗਤ ਜਾਣਦੀ ਹੀ ਆ, ਉਹ ਵੀ ਬਾਬਾ ਗੁਰਮੁਖ ਸਿੰਘ ਤੋਂ ਵਰਸਾਏ ਗਏ। ਇਵੇਂ ਲੱਖਾਂ ਦਾ ਹੀ ਉਧਾਰ ਕਰਨ ਕਰਕੇ ਗੁਰਮੁਖ ਜਿਉਂਦੇ ਹੋਏ ਵੀ ਸਾਧ ਸੰਗਤ ਰੱਬ ਨੂੰ ਪ੍ਰਵਾਨ ਨੇ। ਅਤੇ ਸਰੀਰ ਕਰਕੇ ਜਦੋਂ ਚੜ੍ਹਾਈ ਕਰ ਜਾਂਦੇ ਹਨ ਗੁਰਮੁਖ, ਉਦੋਂ ਵੀ ਵਾਹਿਗੁਰੂ ਦੇ ਵਿੱਚ ਇੱਕਮਿਕ ਹੋਣ ਕਰਕੇ, ਪਰਮੇਸ਼ਰ ਵਿੱਚ ਅਭੇਦ ਹੋਣ ਕਰਕੇ ਤੇ ਗੁਰਮੁਖ ਜਨ ਇੱਕੋ ਹੀ ਰੂਪ ਹੋਣ ਕਰਕੇ ਉਦੋਂ ਵੀ ਵਾਹਿਗੁਰੂ ਨੂੰ ਪ੍ਰਵਾਨ ਹਨ। ਉਹਨਾਂ ਦਾ ਮਗਰੋਂ ਜੀਵਨ ਪੜ੍ਹ ਪੜ੍ਹ ਕੇ ਕਈਆਂ ਦੇ ਕਾਰਜ ਸਵਰ ਜਾਂਦੇ ਹਨ। ਸੋ ਇਸ ਤਰ੍ਹਾਂ ਗੁਰਮੁਖ ਜਨ ਜਿਉਂਦੇ ਹੋਣ, ਸਰੀਰ ਕਰਕੇ ਚੜ੍ਹਾਈ ਕਰ ਜਾਣ, ਉਹ ਸਦਾ ਹੀ ਪ੍ਰਵਾਨ ਦੇ ਲੇਖੇ ਵਿੱਚ ਹਨ। ਜਾਂ ਜਿਹੜੇ ਗੁਰਮੁਖ ਜੀਵਤ ਭਾਵ ਵੱਲੋਂ ਮਰ ਗਏ ਨੇ, ਉਹ ਵਾਹਿਗੁਰੂ ਨੂੰ ਪ੍ਰਵਾਨ ਹਨ। ਸਾਧ ਸੰਗਤ ਜੀ, ਗੁਰਮੁਖਾਂ ਦੀ ਜਿਹੜੀ ਆਰਜਾ ਹੈ ਨਾ, ਆਰਬਲਾ ਉਮਰਾ, ਇਹ ਸਿੱਝਾ ਨਾਮ ਹੈ ਵੀ ਸਿੱਝ ਜਾਣਾ। ਕੋਈ ਚੀਜ਼ ਕਮਜ਼ੋਰ ਹੋਣੀ, ਜਿਵੇਂ ਕੱਪੜਾ ਨਵਾਂ ਲਈਦਾ ਪਹਿਲਾਂ ਸਹਿਜੇ ਸਹਿਜੇ ਕਰਕੇ ਉਹ ਘਸ ਜਾਂਦਾ ਹੈ ਨਾ, ਜਿਵੇਂ ਧੋ ਪੈ ਪੈ ਕੇ, ਉਹਨੂੰ ਕਹਿੰਦੇ ਵੀ ਸਿੱਝ ਗਿਆ ਹੈ। ਕੋਈ ਵੀ ਵਸਤੂ, ਸਰੀਰ ਜਿਵੇਂ ਪਹਿਲਾਂ ਜਵਾਨ ਬਾਂਕਾ ਹੁੰਦਾ, ਸਹਿਜੇ ਸਹਿਜੇ ਬੜੇਪਾ ਜਿਹਾ ਹੁੰਦਾ, ਕਹਿੰਦੇ ਸਿੱਝ ਗਿਆ ਹੁਣ ਤਾਂ ਇਹ। ਪਰ ਗੁਰਮੁਖਾਂ ਦੀ ਜਿਹੜੀ ਆਰਜਾ ਹੈ ਨਾ, ਉਹ ਸਿੱਝਦੀ ਨਹੀਂ, ਨਾਸ ਨਹੀਂ ਹੁੰਦੀ, ਕਿਉਂਕਿ ਸ਼ਬਦ ਪਛਾਣ, ਉਹਨਾਂ ਨੇ ਸ਼ਬਦ ਬ੍ਰਹਮ ਨੂੰ ਪਛਾਣ ਲਿਆ ਹੈ। ਗੁਰਾਂ ਦੇ ਸ਼ਬਦ ਨੂੰ ਆਪਣਾ ਭਲਾ ਕਰਨ ਵਾਲਾ ਜਾਣ ਕੇ ਪਛਾਣ ਲਿਆ ਹੈ। ਸ਼ਬਦ ਬ੍ਰਹਮ ਨੂੰ ਪਛਾਣ ਕੇ ਉਹਦੇ ਵਿੱਚ ਉਹਨਾਂ ਆਪਣੀ ਜੋਤ ਮਿਲਾ ਲਈ, ਜਿਸ ਕਰਕੇ ਗੁਰਮੁਖਾਂ ਦੀ ਆਰਜਾ ਸਿੱਝੇ, ਨਾਸ ਨਹੀਂ ਹੁੰਦੀ। ਭਾਵ ਕਿ ਨਿਸ਼ਫਲ ਨਹੀਂ ਜੀਵਨ ਜਾਂਦਾ ਗੁਰਮੁਖਾਂ ਦਾ। ਗੁਰਮੁਖਾਂ ਦਾ ਜੀਵਨ ਇਹ ਨਹੀਂ ਵੀ ਜਿਵੇਂ ਕੋਈ ਇੱਥੇ ਸਾਧ ਸੰਗਤ 50 ਸਾਲ 100 ਸਾਲ ਜਾਂ ਪਹਿਲੇ ਸਮਿਆਂ 150 ਸਾਲ ਸਰੀਰ ਕਰਕੇ ਜਿਉਂਦੇ ਰਹੇ, ਪਰ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ, ਉਹਨਾਂ ਦੀ ਜ਼ਿੰਦਗੀ ਸਾਰੀ ਨਿਸ਼ਫਲ ਚਲੇਗੀ। ਪਰ ਜਿਹੜੇ ਗੁਰਮੁਖ ਹਨ, ਉਹਨਾਂ ਦੀ ਉਮਰ ਕਦੀ ਵੀ ਨਿਸ਼ਫਲ ਜਾਂਦੀ ਨਹੀਂ। ਉਹ ਤਾਂ ਬੋਹੜ ਦੀ ਛਾਂ ਵਾਂਗ ਨੇ। ਜਿਵੇਂ ਬੋਹੜ ਦਾ ਦਰਖਤ ਜਦੋਂ ਹਾਲਾਂ ਛੋਟਾ ਹੁੰਦਾ ਏ, ਸਹਿਜੇ ਸਹਿਜੇ ਜਿਉਂ ਵੱਧਦਾ ਜਾਂਦਾ, ਤਿਉਂ ਗੁਰਮੁਖਾਂ ਦੀ ਉਮਰ ਜਿੰਨੀ ਵੱਡੀ ਹੁੰਦੀ, ਉਹ ਤੇ ਬੋਹੜ ਦੀ ਛਾਂ ਦੇ ਵਾਂਗ ਨਾਮ ਦਾ ਸੁੱਖ ਦੇਣ ਵਾਲੇ, ਸੰਘਣੇ ਗੁਣਾਂ ਵਾਲੇ, ਜੀਵਨ ਵਾਲੇ ਹੋ ਜਾਂਦੇ ਨੇ। ਗੁਰਮੁਖ ਜਨ ਜਿਹੜੇ ਹਨ, ਉਹਨਾਂ ਦੀ ਸਾਰੀ ਹੀ ਉਮਰ ਸਫਲ ਹੈ। ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਪ੍ਰਵਾਨ ਜਾਂ ਆਰਜਾ ਨਾਮ ਸ੍ਰੇਸ਼ਟਤਾਈ ਦਾ ਵੀ ਹੈ। ਉਹਨਾਂ ਦੀ ਸ੍ਰੇਸ਼ਟਤਾਈ ਸਾਧ ਸੰਗਤ ਕਦੀ ਸਿੱਝੇ, ਨਾਸ ਨਹੀਂ ਹੁੰਦੀ। ਭਾਵ ਇੱਕ ਵਾਰਾਂ ਜੇ ਉਹ ਬ੍ਰਹਮ ਗਿਆਨੀ ਬਣ ਗਏ, ਫਿਰ ਇਹ ਥੋੜ੍ਹਾ ਵੀ ਉਹ ਦੁਬਾਰਾ ਮਨਮੁਖ ਬਣਨਗੇ। ਉਹ ਜਿਹੜਾ ਜੀਵਨ ਗੁਰਮੁਖਾਂ ਦਾ ਇੱਕ ਵਾਰਾਂ ਸ੍ਰੇਸ਼ਟ ਹੋ ਗਿਆ, ਸ਼ਬਦ ਬ੍ਰਹਮ ਵਿੱਚ ਲੀਨ ਹੋਣ ਕਰਕੇ, ਵੇਖੋ ਹੁਣ ਭਗਤ ਧਰੂ ਕਿਤੇ ਵੱਖਰਾ ਹੋ ਗਿਆ ਰੱਬ ਨੂੰ। ਕਿੰਨੇ ਯੁੱਗ ਲੰਘ ਗਏ, ਭਗਤ ਪ੍ਰਹਲਾਦ ਕਿਤੇ ਰੱਬ ਤੋਂ ਵਿਛੜ ਗਿਆ। ਉਹ ਸ੍ਰੇਸ਼ਟਤਾਈ ਜਿਹੜੀ ਗੁਰਮੁਖਾਂ ਦੀ, ਉਹ ਨਾਸ ਨਹੀਂ ਹੁੰਦੀ ਜਿਨ੍ਹਾਂ ਸ਼ਬਦ ਨੂੰ ਪਛਾਣ ਲਿਆ, ਜਿਹੜੇ ਗੁਰ ਸ਼ਬਦ ਦਾ ਅਭਿਆਸ ਕਰਨਾ ਜਾਣ ਲੈਂਦੇ ਹਨ। ਗੁਰਮੁਖੇ ਮਰੈ ਨਾ ਕਾਲ ਨਾ ਖਾਏ। ਗੱਲ ਕੀ ਵੀ ਗੁਰਮੁਖ ਜਨ ਜਿਹੜੇ ਹਨ, ਉਹ ਮੌਤ ਦੇ ਮਾਰੇ ਹੋਏ ਵਾਰ-ਵਾਰ ਟੇਢੀਆਂ ਜੂਨਾਂ 'ਚ ਪੈ ਕਰਕੇ ਮਰਦੇ ਨਹੀਂ ਹਨ। ਤੇ ਕਾਲ ਉਹਨਾਂ ਨੂੰ ਖਾਂਦਾ ਹੀ ਨਹੀਂ ਹੈ। ਕਾਲ ਨਹੀਂ ਉਹਨਾਂ ਨੂੰ ਖਾ ਸਕਦਾ। ਉਹ ਤਾਂ ਆਪਣੀ ਮਰਜ਼ੀ ਦੇ ਨਾਲ ਸੰਸਾਰ ਤੋਂ ਜਦੋਂ ਚਾਹੁਣ ਚਲੇ ਜਾਂਦੇ ਨੇ। ਬਾਬਾ ਸੋਹਣ ਸਿੰਘ ਜੀ, ਦਲ ਬਾਬਾ ਵਿਧੀ ਚੰਦ, ਉਹ ਮਹਾਂਪੁਰਖ ਜਦੋਂ ਸੱਚਖੰਡ ਜਾਣ ਲੱਗੇ ਤੇ ਭਿੰਡਰਾਂ ਵਾਲੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਉਹਨਾਂ ਦੇ ਕੋਲ ਉੱਥੇ ਦਰਸ਼ਨ ਕਰਨ ਗਏ ਸਨ। ਤੇ ਡਾਕਟਰ ਆਇਆ, ਮੰਜੇ ਤੇ ਪਏ ਨੇ ਮਹਾਂਪੁਰਖ। ਉਹ ਕਹਿੰਦੇ ਵੀ ਵੇਖ ਨਬਜ਼ ਚੱਲਦੀ ਆ। ਉਹਨੇ ਵੇਖਿਆ ਤੇ ਨਬਜ਼ ਮਹਾਂਪੁਰਖਾਂ ਦੀ ਬੰਦ ਹੈ। ਕਹਿੰਦੇ ਵੀ ਹੁਣ ਵੇਖ ਦਿਲ ਦੀ ਧੜਕਣ ਚੱਲਦੀ ਆ। ਉਹਨੇ ਉਹ ਚੈੱਕ ਕੀਤੀ ਤਾਂ ਉਹ ਵੀ ਬੰਦ ਹੈ। ਉਹ ਹੈਰਾਨ, ਕਹਿਣ ਲੱਗਾ ਵੀ ਜਦੋਂ ਤੁਹਾਡਾ ਦਿਲ ਨਹੀਂ ਚੱਲ ਰਿਹਾ, ਨਬਜ਼ ਨਹੀਂ ਚੱਲ ਰਹੀ, ਤਾਂ ਇਹ ਤੁਸੀਂ ਭਜਨ ਮਹਾਂਪੁਰਖੋ ਕਿਵੇਂ ਕਰ ਰਹੇ? ਤੇ ਬਾਬਾ ਸੋਹਣ ਸਿੰਘ ਜੀ ਕਹਿੰਦੇ ਅਸਲ ਵਿੱਚ ਜਿਹੜਾ ਹੈ ਨਾ, ਇਹ ਅਸੀਂ ਆਪਣਾ ਜਿਹੜਾ ਸਰੀਰ ਹੈ, ਜੋ ਸਾਡੀ ਜੋਤ ਹੈ, ਉਹਨੂੰ ਅਸੀਂ ਇਸ ਵੇਲੇ ਆਪਣੇ ਸਿਰ 'ਚ ਟਿਕਾਇਆ ਹੈ। ਆਪਣੀ ਮਰਜ਼ੀ ਦੇ ਨਾਲ
ਕਹਿੰਦੇ ਵੀ ਪਰਮੇਸ਼ਰ ਦੇ ਹੁਕਮ ਮੁਤਾਬਕ ਜਦੋਂ ਸਾਡਾ ਚਿੱਤ ਕੀਤਾ ਅਸੀਂ ਇਹਨੂੰ ਦਿਲ ਨੂੰ ਵੀ ਚਲਾ ਸਕਦੇ ਹਾਂ, ਪਰ ਹੁਣ ਸਾਡਾ ਸਮਾਂ ਹੈ, ਅਸੀਂ ਹੁਣ ਸਰੀਰ ਰੱਖਣਾ ਨਹੀਂ ਹੈ ਹੋਰ। ਇਹ ਅੱਗੇ ਹੋਰ ਗਾਂਹ ਤੋਂ ਗਾਂਹ ਹੋਰ ਮੌਕਾ ਦੇਣਾ ਹੁੰਦਾ ਸੇਵਾ ਦਾ, ਅਸੀਂ ਆਪਣਾ ਕਾਰਜ ਕਰ ਲਿਆ ਹੈ। ਸੋ ਇਸ ਤਰ੍ਹਾਂ ਉਹ ਹੈਰਾਨ ਹੋ ਗਿਆ ਡਾਕਟਰ ਵੀ ਉਹਨਾਂ ਦੀ ਨਬਜ਼ ਬੰਦ ਹੈ, ਦਿਲ ਦੀ ਧੜਕਣ ਬੰਦ ਹੈ, ਪਰ ਵਚਨ ਵਿਲਾਸ ਕਰਦੇ ਰਹੇ। ਫਿਰ ਅਖੀਰ ਕਹਿਣ ਲੱਗੇ ਵੀ ਚੰਗਾ ਜੀ ਅਸੀਂ ਹੁਣ ਚੱਲਦੇ ਹਾਂ, ਤੁਸੀਂ ਰੱਬ ਰੱਬ ਜਪਿਓ, ਵਾਹਿਗੁਰੂ ਦੇ ਨਾਮ ਅਭਿਆਸ ਦਾ ਪ੍ਰਚਾਰ ਕਰਦੇ ਰਹੋ। ਤੇ ਫਿਰ ਮਹਾਂਪੁਰਖ ਆਪਣੀ ਮਰਜ਼ੀ ਨਾਲ ਹੀ ਸ਼ਾਂਤ ਕਰਤਾ ਸਰੀਰ। ਜਿਹੜੇ ਗੁਰਮੁਖ ਜਨ ਹਨ ਉਹ ਸਾਧ ਸੰਗਤ ਮੌਤ ਕਰਕੇ ਥੋੜ੍ਹਾ ਮਰਦੇ, ਉਹ ਤਾਂ ਆਪਣੀ ਮਰਜ਼ੀ ਨਾਲ ਸਰੀਰ ਤਿਆਗ ਦਿੰਦੇ ਨੇ, ਉਹਨਾਂ ਨੂੰ ਫਿਰ ਲਾਲਚ ਕੋਈ ਵੀ ਨਹੀਂ ਹੁੰਦਾ ਜਿਉਣ ਦਾ। ਸੋ ਇਸ ਕਰਕੇ ਮਹਾਰਾਜ ਗੁਰੂ ਅਮਰਦਾਸ ਗੁਰਮੁਖਾਂ ਦੀ ਮਹਿਮਾ ਦਾ ਬਚਨ ਕਰਦਿਆਂ ਕਹਿੰਦੇ ਨੇ ਵੀ ਗੁਰਮੁਖ ਜਨ ਜਿਹੜੇ ਹਨ ਉਹ ਮੌਤ ਦੇ ਕਰਕੇ ਮਰਦੇ ਨਹੀਂ, ਤੇ ਕਾਲ ਉਹਨਾਂ ਨੂੰ ਖਾ ਨਹੀਂ ਸਕਦਾ। ਕਾਲ ਕਿਉਂ ਨਹੀਂ ਖਾ ਸਕਦਾ? ਕਿਉਂਕਿ ਉਹਦੇ ਨਾਲ ਜੁੜੇ ਨੇ। ਜਿਹੜਾ ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ, ਜਿਹੜਾ ਕਾਲ ਦਾ ਮੌਤ ਦੀ ਵੀ ਮੌਤ ਕਰਨ ਵਾਲਾ ਹੈ ਪਰਮੇਸ਼ਰ, ਉਸ ਪਰਮੇਸ਼ਰ ਦੇ ਵਿੱਚ ਤਾਂ ਲੀਨ ਹੋਏ ਨੇ। ਜਿਹੜੀ ਮੌਤ ਮਨੁੱਖ ਨੂੰ ਮਾਰਦੀ ਹੈ ਨਾ ਸਾਧ ਸੰਗਤ, ਇਸ ਮੌਤ ਦੀ ਵੀ ਮੌਤ ਕਰਨ ਵਾਲੇ ਨੂੰ ਪਰਮੇਸ਼ਰ ਕਹਿੰਦੇ ਨੇ। ਕਾਲਨ ਕੋ ਕਾਲ ਮਹਾਕਾਲਨ ਕੋ ਕਾਲ ਹੈ। ਵੱਡੇ ਵੱਡੇ ਜਿਹੜੇ ਮਹਾਕਾਲ ਖਵਾਏ ਨੇ ਉਹਨਾਂ ਦਾ ਵੀ ਅੰਤ ਕਰ ਦਿੰਦਾ ਪਰਮੇਸ਼ਰ। ਗੁਰਮੁਖ ਉਸ ਵਾਹਿਗੁਰੂ ਵਿੱਚ ਅਭੇਦ ਹੋਏ ਨੇ, ਜਿਸ ਕਰਕੇ ਮੌਤ ਇਹ ਕਾਲ ਉਹਨਾਂ ਨੂੰ ਖਾ ਨਹੀਂ ਸਕਦਾ, ਨਾਸ਼ ਨਹੀਂ ਕਰ ਸਕਦਾ। ਜਿਵੇਂ ਆਮ ਹੀ ਉਦਾਹਰਣ ਕਈ ਵਾਰ ਆਪਾਂ ਸੁਣੀ ਹੈ ਨਾ ਵੀ ਜਿਹੜੀ ਬਿੱਲੀ ਹੈ ਜਦੋਂ ਚੂਹਿਆਂ ਨੂੰ ਖਾਂਦੀ ਹੈ ਤਾਂ ਉਦੋਂ ਦੰਦੀਆਂ ਦੇ ਨਾਲ ਦੰਦੀ ਭਰਦੀ ਤਾਂ ਮਾਰ ਦਿੰਦੀ ਹੈ, ਤੇ ਬਿੱਲੀ ਆਪਣੇ ਬਲੂੰਗੜਿਆਂ ਨੂੰ ਵੀ ਦੰਦੀ ਭਰ ਕੇ ਇੱਕ ਥਾਂ ਤੋਂ ਜਦੋਂ ਦੂਜੇ ਥਾਂ ਸੁਰੱਖਿਅਤ ਥਾਂ 'ਤੇ ਲੈ ਕੇ ਜਾਂਦੀ ਹੈ, ਪਰ ਉਦੋਂ ਉਹ ਦੰਦ ਜਿਹੜੇ ਹਨ ਉਹ ਦੁੱਖ ਦਿੰਦੇ ਨਹੀਂ ਉਹਦੇ ਬਲੂੰਗੜਿਆਂ ਨੂੰ। ਇਸੇ ਤਰ੍ਹਾਂ ਸਰੀਰ ਕਰਕੇ ਮਨਮੁਖ ਵੀ ਜਾਂਦੇ ਆ, ਗੁਰਮੁਖ ਵੀ ਜਾਂਦੇ ਆ। ਗੁਰਮੁਖਾਂ ਦਾ ਜਾਣਾ ਐਵੇਂ ਜਿਵੇਂ ਬਿੱਲੀ ਆਪਣੇ ਬਲੂੰਗੜਿਆਂ ਨੂੰ ਸੰਭਾਲ ਕੇ ਲੈ ਜਾਂਦੀ, ਐਵੇਂ ਮਾਲਕ ਗੁਰਮੁਖਾਂ ਨੂੰ ਲੈ ਜਾਂਦਾ। ਤੇ ਮਨਮੁਖਾਂ ਦਾ ਜਾਣਾ ਐਵੇਂ ਹੈ ਜਿਵੇਂ ਬਿੱਲੀ ਆਪਣੇ ਦੰਦਾਂ ਨਾਲ ਚੂਹਿਆਂ ਦਾ ਨਾਸ਼ ਕਰ ਦਿੰਦੀ ਹੈ। ਇਸ ਕਰਕੇ ਗੁਰਮੁਖ ਕਾਲ ਦੇ ਮੌਤ ਦੇ ਮਾਰੇ ਮਰਦੇ ਨਹੀਂ ਹਨ। ਗੁਰਮੁਖੇ ਸੱਚੇ ਸਮਾਵਣਿਆ, ਜਿਹੜੇ ਗੁਰਮੁਖ ਨੇ, ਮੁਖੀ ਗੁਰੂ ਸਾਹਿਬ ਦਾ ਬਚਨ ਮੰਨਦੇ ਨੇ, ਗੁਰੂ ਮਹਾਰਾਜ ਦੀ ਆਗਿਆ 'ਚ ਚੱਲਦੇ ਹਨ, ਉਹ ਸਦਾ ਹੀ ਸੱਚ ਵਿੱਚ ਹੀ ਸਮਾਵਣਿਆ ਸਮਾਏ ਰਹਿੰਦੇ, ਵਾਹਿਗੁਰੂ 'ਚ ਲੀਨ ਰਹਿੰਦੇ ਹਨ। ਗੁਰਮੁਖ ਹਰਿ ਦਰ ਸ਼ੋਭਾ ਪਾਏ, ਜਿਹੜੇ ਗੁਰਮੁਖ ਨੇ ਉਹ ਹਰੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸ਼ੋਭਾ ਪਾਉਂਦੇ ਨੇ। ਸਾਧ ਸੰਗਤ ਗੁਰਮੁਖ ਵਾਹਿਗੁਰੂ ਦੇ ਦਰ 'ਤੇ ਵਡਿਆਈ ਪਾਉਂਦੇ ਨੇ। ਇਹ ਸੱਚਾਈ ਹੈ, ਇਹ ਗੱਲ ਕਹਿਣ ਦੀ ਨਹੀਂ ਹੈ। ਸੱਚਖੰਡ ਵਿੱਚ ਵੀ ਸਾਧ ਸੰਗਤ ਵਿੱਚ ਵੀ ਗੁਰਮੁਖ ਸ਼ੋਭਾ ਪਾਉਂਦੇ ਨੇ। ਇੱਕ ਤਾਂ ਸ਼ੋਭਾ ਵਡਿਆਈ ਉਹ ਹੁੰਦੀ ਹੈ ਜਿਵੇਂ ਕੋਈ ਪੰਚ ਬਣ ਗਿਆ, ਸਰਪੰਚ, ਕੋਈ ਹੋਰ ਵੱਡੇ ਅਹੁਦੇ 'ਤੇ ਪਹੁੰਚ ਗਿਆ, ਉਹ ਜਿੱਦਣ ਬਣਦਾ ਹੈ ਉਦਣ ਬੜੀ ਸ਼ੋਭਾ ਹੁੰਦੀ ਉਹਦੀ, ਬਹੁਤ ਵਧਾਈਆਂ ਦਿੰਦੇ। ਜਿਉਂ ਸਹੀਏ 2-3 ਸਾਲ ਫਿਰ ਉਹੀ ਲੋਕ ਗਾਲਾਂ ਕੱਢ ਰਹੇ ਹੁੰਦੇ ਆ, ਜਿਹੜੇ ਹਾਰ ਪਾਉਂਦੇ ਸੀ 25 ਸਾਲੀ ਫਿਰ ਉਹ ਗਾਲਾਂ ਕੱਢਦੇ ਆ। ਉਹਨਾਂ ਦੀ ਸ਼ੋਭਾ ਵਡਿਆਈ ਉਹ ਝੂਠੀ ਹੈ ਦੁਨੀਆ ਦੀ। ਇੱਥੇ ਜੀ ਇੱਕ ਦਿਨ ਜਿਹਦੀ ਸ਼ੋਭਾ ਹੋ ਰਹੀ ਹੈ ਸੰਸਾਰ ਕਰਕੇ, ਫਿਰ 4-5 ਸਾਲਾਂ ਬਾਅਦ ਜਾਂ ਹੋਰ ਕੁਝ ਵਰ੍ਹਿਆਂ ਬਾਅਦ ਲੋਕ ਉਹਦੇ ਦੁਆਲੇ ਹੋ ਕੇ ਉਹਦੀ ਬਦਨਾਮੀ ਕਰਦੇ ਆ। ਪਰ ਗੁਰਮੁਖ ਜਿਹੜੇ ਹਨ ਉਹ ਸ਼ੋਭਾ ਪਾਉਂਦੇ ਸੀ। ਭਗਤ ਧਰੂ ਦਾ ਜੇ ਨਾਮ ਉਦੋਂ ਜਪਦੇ ਸੀ ਹੁਣ ਵੀ ਜਪਦੇ ਆ। ਮਹਾਰਾਜ ਨੇ ਤੇ ਕਿਹਾ ਹੈ ਨਾ ਵੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇਹਦਾ ਵੇਖੋ ਕਈ ਯੁੱਗ ਲੰਘ ਗਏ ਉਹਨਾਂ ਭਗਤਾਂ ਨੂੰ ਸਰੀਰ ਕਰਕੇ ਹੋਇਆ, ਪਰ ਅੱਜ ਵੀ ਉਦਾਹਰਨ ਦੇ ਰਹੇ ਨੇ ਮਹਾਰਾਜ ਵੀ ਜੇ ਰੱਬ ਦਾ ਨਾਂ ਜਪਣਾ ਤੇ ਭਗਤ ਧਰੂ ਵਾਂਗ ਜਪੋ, ਜਿਵੇਂ ਉਹਨਾਂ ਨੇ ਜਪਿਆ ਸੀ ਨਿਰਭਉ ਹੋ ਕੇ ਬਾਲ ਅਵਸਥਾ ਤੋਂ ਹੀ। ਸੋ ਇਸ ਕਰਕੇ ਗੁਰਮੁਖ ਹਰੀ ਦੀ ਦਰਗਾਹ ਵਿੱਚ ਸੱਚਖੰਡ 'ਚ ਸ਼ੋਭਾ ਪਾਉਂਦੇ ਨੇ। ਹੁਣ ਜਿਨ੍ਹਾਂ ਸੱਚਖੰਡ ਨਹੀਂ ਵੇਖਿਆ ਉਹ ਕਈ ਵਾਰ ਕਹਿ ਦਿੰਦੇ ਜੀ ਨਹੀਂ ਜੀ ਕੁਝ ਹੈ ਹੀ ਨਹੀਂ। ਉਹਦੇ ਲਈ ਉਦਾਹਰਣ ਕਈ ਗਿਆਨੀ ਗੁਰਮੁਖ ਜਨ ਦਿੰਦੇ ਨੇ ਵੀ ਜਿਵੇਂ ਆਪਾਂ ਕੋਈ ਬਾਜ਼ਾਰ 'ਚੋਂ ਸੌਦਾ ਖਰੀਦਣ ਜਾਂਦੇ ਹਾਂ, ਜਿਵੇਂ ਗਿਆਨੀ ਠਾਕਰ ਸਿੰਘ ਹੋਣਾ ਉਦਾਹਰਨ ਦਿੱਤੀ, ਕਹਿੰਦੇ ਵੀ ਅਸੀਂ ਆਏ ਵਿਦੇਸ਼ੋਂ ਤੇ ਇੱਥੇ ਕਿਤੇ ਚਲੇ ਗਏ ਦੁਕਾਨ 'ਤੇ, ਉਹਨੂੰ ਕਿਹਾ ਵੀ ਅਸੀਂ ਮਿਲਕ ਫੂਡ ਵਾਲਿਆਂ ਦਾ ਘਿਓ ਚਾਹੀਦਾ ਸਾਨੂੰ। ਉਹ ਕਹਿੰਦਾ ਜੀ ਉਹ ਤਾਂ ਹੁਣ ਬੰਦ ਹੀ ਹੋ ਗਿਆ। ਪਹਿਲਾਂ ਕਹਿੰਦਾ ਹੈ ਨਹੀਂ, ਕਹਿੰਦੇ ਹੈ ਨਹੀਂ ਕੀ ਗੱਲ? ਕਹਿੰਦਾ ਵੀ ਉਹ ਬੰਦ ਹੀ ਹੋ ਗਿਆ, ਉਹ ਕੰਪਨੀ ਹੀ ਬੰਦ ਹੋ ਗਈ।
ਉਹ ਕਹਿੰਦਾ ਵੀ ਹੁਣ ਨਹੀਂ ਆਉਂਦਾ, ਹੋਰ ਕੋਈ ਲੈ ਲਓ। ਉਹ ਗਿਆਨੀ ਜੀ ਕਹਿੰਦੇ ਨਹੀਂ ਅਸੀਂ ਤਾਂ ਇਹੀ ਕੰਪਨੀ ਦਾ ਲੈ ਕੇ ਜਾਣਾ। ਕਹਿੰਦੇ ਨਹੀਂ ਉਹ ਤਾਂ ਬੰਦ ਹੈ। ਫਿਰ ਹੋਰ ਦੁਕਾਨਦਾਰ ਕੋਲ ਕਹਿੰਦੇ ਗਏ, ਉਹਨੂੰ ਪੁੱਛਿਆ ਵੀ ਇਹ ਮਿਲਕ ਫੂਡ ਦਾ ਘਿਓ ਹੈ? ਕਹਿੰਦਾ ਜੀ ਜਿੰਨਾ ਮਰਜ਼ੀ ਲਓ, ਪੀਪਿਆਂ ਦੇ ਪੀਪੇ। ਹੁਣ ਵੇਖੋ ਵੀ ਪਹਿਲੇ ਦੇ ਕੋਲ ਗਏ, ਉਹ ਆਪਣਾ ਹੋਰ ਸੌਦਾ ਵੇਚਣ ਵਾਸਤੇ ਜਿਹੜਾ ਸੌਦਾ ਉਹਦੇ ਕੋਲ ਹੈ ਨਹੀਂ, ਉਹ ਕੰਪਨੀ ਬੰਦ ਤੀਕਰ ਕਰਾਉਣ ਤਾਈਂ ਚਲੇ ਗਿਆ ਜੀ। ਉਹ ਤਾਂ ਕੰਪਨੀ ਬੰਦ ਹੀ ਹੋ ਗਈ ਹੈ। ਜਿਹਦੇ ਕੋਲ ਹੈ ਸੀ ਉਹ ਕਹਿੰਦਾ ਜਿੰਨਾ ਮਰਜ਼ੀ ਲਓ। ਇਵੇਂ ਆਮ ਦੁਕਾਨਾਂ 'ਤੇ ਜਾਂ ਕੋਈ ਆਪਾਂ ਖਰੀਦਦੇ ਹਾਂ ਨਾ, ਇੱਦਾਂ ਕੋਈ ਕਿਸੇ ਕੰਪਨੀ ਦੀ ਨਾਂ ਲਈਏ, ਤਾਂ ਜੇ ਉਹ ਸੌਦਾ ਨਹੀਂ ਹੈ ਤਾਂ ਉਹ ਦੁਕਾਨਦਾਰ ਪਹਿਲਾਂ ਕਹੇਗਾ ਜੀ ਉਹ ਨਹੀਂ ਠੀਕ, ਆਹ ਠੀਕ, ਫਿਰ ਕਹੇਗਾ ਉਹ ਤਾਂ ਹੁੰਦਾ ਹੀ ਨਹੀਂ। ਹੁਣ ਉਹ ਤਾਂ ਬਸ ਲੋਕ ਖਰੀਦਦੇ ਹੀ ਨਹੀਂ, ਕਿਉਂਕਿ ਉਹਦੇ ਕੋਲ ਹੈ ਨਹੀਂ ਹੈ। ਜਿਹਦੇ ਕੋਲ ਹੋਵੇਗਾ ਉਹ ਆਖੇਗਾ ਜਿੰਨਾ ਮਰਜ਼ੀ ਲਓ। ਇਸੇ ਤਰ੍ਹਾਂ ਹੀ ਜਿਨ੍ਹਾਂ ਦੀ ਤਾਂ ਸੱਚਖੰਡ ਤੀਕਰ ਅਵਸਥਾ ਗਈ ਨਹੀਂ, ਉਹ ਤਾਂ ਕਹਿੰਦੇ ਹੈ ਹੀ ਕੁਝ ਨਹੀਂ, ਕਹਿੰਦੇ ਕੁਝ ਨਹੀਂ ਹੈਗਾ। ਜਿਨ੍ਹਾਂ ਦੀ ਅਵਸਥਾ ਥੋੜ੍ਹੀ, ਉਹ ਤਾਂ ਪ੍ਰਚਾਰ ਕਰਦੇ ਆ, ਕਥਾ ਕਰਦੇ ਆ ਵੀ ਕਹਿ ਦੇਣਗੇ, ਕਹਿੰਦੇ ਨਹੀਂ ਲੋੜ, ਬਾਣੀ ਪੜ੍ਹਨ ਦੀ ਲੋੜ ਨਹੀਂ। ਇੱਥੋਂ ਤੀਕਰ ਗਿਰ ਗਏ, ਕਹਿੰਦੇ ਨਹਾਉਣ ਦੀ ਵੀ ਲੋੜ ਨਹੀਂ। ਜੇ ਤੁਹਾਨੂੰ ਲੱਗਦਾ ਹੈ ਨਾ ਤੁਹਾਡੇ ਮਨ 'ਤੇ ਅਸਰ ਹੁੰਦਾ ਹੈ, ਇਸ਼ਨਾਨ ਨਹੀਂ ਕੀਤਾ, ਫਿਰ ਕਰ ਲਓ। ਜੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਨਾ ਵੀ ਕਰੋ। ਕਹਿੰਦੇ ਇਹਦੇ ਨਾਲ ਕੋਈ ਮਤਲਬ ਹੀ ਨਹੀਂ ਹੈ ਅਵਸਥਾ ਦੇ ਨਾਲ। ਸੋ ਇਸ ਤਰ੍ਹਾਂ ਜਿਹੜੇ ਆਪ ਸੱਚਖੰਡ ਨਹੀਂ ਗਏ ਉਹ ਕਹਿਣਗੇ ਸੱਚਖੰਡ ਹੁੰਦਾ ਹੀ ਕੁਝ ਨਹੀਂ ਹੈ। ਜਿਹੜੇ ਗੁਰਮੁਖ ਉੱਥੇ ਪਹੁੰਚੇ ਨੇ, ਗੁਰਬਾਣੀ ਗੁਰੂ ਮਹਾਰਾਜ ਸਾਹਿਬ ਦੀ ਹੈ, ਅਤੇ ਮਹਾਰਾਜ ਸੱਚਖੰਡ ਦੇ ਹੀ ਵਾਸੀ ਨੇ ਸਦਾ। ਅਤੇ ਹੁਣ ਸਤਿਗੁਰੂ ਉੱਥੋਂ ਦੇ ਵਾਸੀ ਹਨ। ਮਹਾਰਾਜ ਤਾਂ ਦੱਸਦੇ ਨੇ ਵੀ ਉੱਥੇ ਭਾਈ ਜਿਹੜਾ ਗੁਰਮੁਖ ਪਹੁੰਚਦਾ ਹੈ ਨਾ, ਜਦੋਂ ਉਹਦੀ ਬਹੁਤ ਸ਼ੋਭਾ ਹੁੰਦੀ, ਵਡਿਆਈ ਹੁੰਦੀ ਹੈ। ਅਤੇ ਹੁਣ ਇਹ ਆਪਾਂ ਨਿਰਣਾ ਕਰਨਾ ਵੀ ਅਸੀਂ ਅੱਜ ਨੇ ਕੋਈ 2-2.5 ਸਾਲ ਦਾ ਕੋਰਸ ਕੀਤਾ ਅਤੇ ਫਿਰ ਸਟੇਜ 'ਤੇ ਬਹਿ ਕੇ ਕਹਿੰਦਾ ਵੀ ਸੱਚਖੰਡ ਹੈ ਨਹੀਂ, ਉਹਦੀ ਗੱਲ ਮੰਨਣੀ ਜਾਂ ਜਿਹੜੇ ਸਾਡੇ ਗੁਰੂ ਸਾਹਿਬ ਲਿਖ ਗਏ ਅਸੀਂ ਉਹਦੀ ਮੰਨਣੀ ਹੈ? ਇਹਦੇ ਸੁਭਾਵਿਕ ਹੀ ਹੈ, ਜਿਹੜਾ ਸਿੱਖ ਹੋਵੇਗਾ ਗੁਰੂ ਦਾ ਬਚਨ ਮੰਨੇਗਾ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਗੁਰਮੁਖ ਜਨ ਨੇ ਨਾ, ਉਹ ਹਰੀ ਦੀ ਦਰਗਾਹ ਦੇ ਵਿੱਚ, ਹਰੀ ਦੇ ਦਰ 'ਤੇ ਸ਼ੋਭਾ ਪਾਉਂਦੇ ਹਨ, ਸਦਾ ਹੀ ਮਾਣ ਆਦਰ ਪਾਉਂਦੇ ਨੇ। ਗੁਰਮੁਖ ਵਿੱਚੋਂ ਆਪ ਗਵਾਏ, ਕਿਉਂਕਿ ਗੁਰਮੁਖਾਂ ਨੇ ਆਪਣੇ ਅੰਦਰੋਂ ਆਪਾ ਭਾਵ ਹੰਕਾਰ ਨੂੰ ਗਵਾ ਹੀ ਲਿਆ, ਨਾਸ਼ ਹੀ ਕਰ ਦਿੱਤਾ ਹੈ। ਆਪ ਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨ ਆਪ ਵੀ ਤਰ ਗਏ ਨੇ, ਆਪਣੀ ਸਾਰੀ ਕੁਲ ਨੂੰ ਹੀ ਤਾਰ ਲੈਂਦੇ ਹਨ। ਗੁਰਮੁਖ ਜਨਮ ਸਵਾਰਣਿਆ, ਐਵੇਂ ਗੁਰਮੁਖ ਜਨਾਂ ਨੇ ਆਪਣਾ ਜਨਮ ਸਵਾਰ ਲਿਆ ਹੈ। ਸਾਧ ਸੰਗਤ ਜਿਹੜੇ ਗੁਰਮੁਖ ਆਪ ਵੀ ਤਰੇ ਨੇ ਤੇ ਆਪਣੀਆਂ ਕੁਲਾਂ ਵੀ ਤਾਰ ਲੈਂਦੇ ਹਨ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਉਹ 13 ਦਿਨ ਪਹਿਲਾਂ ਉਹਨਾਂ ਨੇ ਆਪਣੇ ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਸੱਚਖੰਡ ਦੇ ਦਰਸ਼ਨ ਕਰਾਏ। ਜਦੋਂ ਸਰੀਰ ਛੱਡਣਾ ਸੀ, ਉਹ ਬਾਬਾ ਕਲਿਆਣ ਚੰਦ ਜੀ ਨੇ ਸੱਚਖੰਡ ਵੇਖ ਲਿਆ। ਫਿਰ ਕਹਿੰਦੇ ਵੀ ਹੁਣ ਤਾਂ ਅਸੀਂ ਨਹੀਂ ਵਾਪਸ ਜਾਣਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਪਿਤਾ ਜੀ 13 ਦਿਨਾਂ ਬਾਅਦ ਤੁਸੀਂ ਇੱਥੇ ਹੀ ਆਉਣਾ, ਇਹਦਾ ਕੇਵਲ ਦਰਸ਼ਨ ਹੀ ਕਰਾਏ ਤੁਹਾਨੂੰ ਸੱਚਖੰਡ ਦੇ। ਉਹ ਬਾਬਾ ਜੀ ਕਹਿੰਦੇ ਇੱਥੇ ਤਾਂ ਸੁੱਖ ਹੀ ਬੜਾ, ਇੱਥੇ ਤਾਂ ਆਨੰਦ ਹੀ ਬੜਾ, ਸੱਚਖੰਡ ਛੱਡਣਾ ਹੀ ਨਹੀਂ। ਅਤੇ ਉਹ ਮਹਾਰਾਜ ਲੈ ਵੀ ਕੋਈ ਨਹੀਂ 13 ਦਿਨਾਂ ਨੂੰ ਇੱਥੇ ਹੀ ਆਉਣਾ। ਉਹ ਸਤਿਗੁਰੂ ਸਾਹਿਬ ਆਪਣੇ ਪਿਤਾ ਜੀ ਨੂੰ ਸੱਚਖੰਡ ਲੈ ਗਏ। ਸਾਰਾ ਟੱਬਰ ਕੋੜਮਾ, ਜਿੰਨਾ ਵੀ ਮਹਾਰਾਜ ਦਾ ਪਰਿਵਾਰ, ਜਿਹਦਾ ਵੀ ਸੰਬੰਧ ਗੁਰੂ ਨਾਨਕ ਸਾਹਿਬ ਨਾਲ ਰਿਸ਼ਤੇਦਾਰੀ ਕਰਕੇ ਵੀ ਜੁੜਿਆ, ਸਿੱਖਾਂ ਨੂੰ ਤਾਂ ਸੱਚਖੰਡ ਕੜਿਆ ਹੀ ਮਹਾਰਾਜ ਨੇ। ਸਭ ਆਪਣੀਆਂ ਕੁਲਾਂ ਹੀ ਤਾਰ ਦਿੱਤੀਆਂ, ਸਭ ਪਰਿਵਾਰ ਤਰ ਗਿਆ। ਗੁਰੂ ਨਾਨਕ ਸਾਹਿਬ ਤਾਂ ਵੱਡੀ ਗੱਲ ਹੈ, ਜਿਹੜੇ ਗੁਰਮੁਖ ਜਨ ਗੁਰੂ ਨਾਨਕ ਦਾ ਉਪਦੇਸ਼ ਹੀ ਕਮਾਉਂਦੇ ਨੇ, ਉਹਨਾਂ ਦੀਆਂ ਵੀ 21 ਕੁਲਾਂ ਤਰ ਜਾਂਦੀਆਂ ਨੇ। ਕਈ ਕਹਿਣਗੇ ਵੀ ਜੀ 21 ਕਿਵੇਂ ਤਰ ਗਈਆਂ, ਤੁਹਾਨੂੰ ਕਾਹਦੀ ਚਿੰਤਾ ਹੈ? ਗੁਰੂ ਨਾਨਕ ਸਾਹਿਬ ਨੇ ਕਿਹਾ ਤੂੰ ਆਪੇ ਹੀ ਤਾਰਨਗੇ। ਵੀ ਫਿਕਰ, ਲੋਕ ਬੜਾ ਫਿਕਰ ਕਰਦੇ ਆ, ਜਿਹੜੇ ਜ਼ਿਆਦਾ ਪੜਾਕੇ ਜੇ ਬਣ ਗਏ ਨਾ, ਉਹਨਾਂ ਨੂੰ ਫਿਕਰ ਕਾਹਦਾ? ਉਹ ਕਹਿਣਗੇ ਜੀ ਕਿਵੇਂ ਤਰ ਸਕਦੀਆਂ ਨੇ। ਫਿਰ ਇੱਦਾਂ ਦੇ ਤਰਕ ਕਰਨਗੇ ਵੀ ਉਹ ਗੁਰਮੁਖ ਹੋਇਆ, ਉਹਨਾਂ ਦੇ ਪਰਿਵਾਰ 'ਚ ਉਹ ਫਲਾਨਾ ਆਹ ਕੰਮ ਕਰਦਾ, ਫਲਾਨਾ ਆਹ ਕਰਦਾ, ਕਰੀ ਜਾਵੇ ਕੋਈ ਜੋ ਮਰਜ਼ੀ। ਜਿਹੜਾ ਗੁਰਮੁਖ ਹੈ ਉਹਦੀਆਂ 21 ਕੁਲਾਂ ਤਰਨੀਆਂ ਹੀ ਨੇ। ਉਹ ਅਗਲੇ ਜਨਮ 'ਚ ਉਹਨੂੰ ਅੰਮ੍ਰਿਤ ਛਕਾ ਕੇ ਭਾਵੇਂ ਤਾਰ ਦੇਣ, ਭਾਵੇਂ ਉਹ ਤੋਂ ਅਗਲੀ ਜੂਨ ਫੇਰ ਬਖਸ਼ ਕੇ ਉਹਦੇ ਰਾਹੀਂ ਤਾਰਨਾ ਜ਼ਰੂਰ ਹੈ। ਆਹ ਸੰਸਾਰੀ ਉਦਾਹਰਨ ਹੀ ਹੈ। ਜਿਹੜਾ ਬੰਦਾ ਇੱਕ ਵਾਰ ਕੋਈ ਬਾਹਰ ਜਦੋਂ ਪਹਿਲੀ ਵਾਰ ਕਿਤੇ ਗਿਆ, ਉਹਨੇ ਵੇਖਿਆ ਵੀ ਇੱਥੇ ਮਾਇਆ ਬੜੀ ਮਿਲਦੀ ਹੈ ਅਤੇ ਇਲਾਕਾ ਬੜਾ ਸੋਹਣਾ ਹੈ। ਉਹਨੇ ਆ ਕੇ ਸੱਜਣਾ ਮਿੱਤਰਾਂ ਨੂੰ ਦੱਸਿਆ, ਉਹਨੂੰ ਲੈ ਗਿਆ, ਟੱਬਰਾਂ ਦੇ ਟੱਬਰ। ਹੁਣ ਪਤਾ ਨਹੀਂ ਕਿੰਨਾ ਕੁ ਮੁਲਕ ਵਿਦੇਸ਼ਾਂ 'ਚ ਗਿਆ ਹੈ। ਤਾਰ 'ਤੇ ਨਾ ਸਾਰੇ ਖੜਦਾ ਨਹੀਂ ਕੋਈ। ਜਿਹੜਾ ਇੱਕ ਵਾਰ ਗਿਆ ਉਹ ਆਪਣਿਆਂ ਨੂੰ ਖਿੱਚਦਾ ਹੈ ਨਾ ਵੀ ਮੇਰੇ ਸਾਰੇ ਹੀ ਆ ਜਾਣ ਇੱਥੇ।
ਤੇ ਗੁਰਮੁਖ ਜਨ ਜਿਹੜੇ ਹਨ, ਜਿਹੜੇ ਇੱਕ ਵਾਰ ਆਪ ਸੱਚਖੰਡ ਜਾਏ, ਉਹ ਵੀ ਤਾਂ ਫਿਰ ਚਾਹੁੰਦੇ ਨੇ ਵੀ ਜਿਹੜਾ ਸੁੱਖ ਅਸੀਂ ਮਾਣਿਆ, ਸਾਡਾ ਸਾਰਾ ਹੀ ਟੱਬਰ ਪਰਿਵਾਰ ਸਾਰੇ ਹੀ ਸੱਚਖੰਡ 'ਚ ਹੀ ਆ ਜਾਣ ਤੇ ਕਹਿੰਦੇ ਚੰਗਾ ਹੈ। ਜਿਵੇਂ ਤੁਸੀਂ ਵਿਦੇਸ਼ ਵਿੱਚ ਜਾ ਕੇ ਚਾਹੁੰਦੇ ਹੋ ਵੀ ਸਾਡਾ ਸਾਰਾ ਪਰਿਵਾਰ ਇੱਥੇ ਹੀ ਪੱਕਾ ਹੋਵੇ, ਇਹ ਤਾਂ ਦੁਨੀਆ ਦੀ ਗੱਲ ਹੈ ਨਾ। ਹਾਲਾਂ ਵੀ ਸਾਰੇ ਕਹਿੰਦੇ ਵੀ ਸਾਡਾ ਟੱਬਰ ਅਮਰੀਕਾ ਹੀ ਪੱਕਾ ਹੋ ਜਾਏ, ਉਹ ਕਹਿੰਦੇ ਵੀ ਅਸੀਂ ਸਾਰੇ ਕੈਨੇਡਾ ਹੀ ਪਹੁੰਚ ਜਾਈਏ। ਆਪ ਪਹੁੰਚਿਆ, ਪਿਆਰ ਵਾਲੇ ਲੈ ਗਿਆ, ਹੋਰ ਪਰਿਵਾਰ ਲੈ ਗਿਆ, ਹੋਰ ਗਾਂਹ ਦੀ ਗਾਂਹ ਦੱਸ ਪਾਈ ਗਿਆ, ਕਈਆਂ ਨੂੰ ਕਹਿੰਦਾ ਵੀ ਆ ਜਾਓ ਸਾਰੇ ਇੱਥੇ ਹੀ। ਤੇ ਗੁਰਮੁਖ ਜਨ ਜਿਹੜੇ ਨੇ ਇੱਦਾਂ ਹੀ ਕਰਦੇ ਨੇ, ਆਪ ਸੱਚਖੰਡ ਗਏ ਨੇ, ਉਹ ਸਾਰਿਆਂ ਨੂੰ ਕਹਿੰਦੇ ਵੀ ਆ ਜਾਓ, ਤੁਸੀਂ ਇੱਥੋਂ ਦਾ ਆਨੰਦ ਲੱਭਣਾ ਨਹੀਂ ਜੇ ਕਿਤੇ। ਸੋ ਇਸ ਤਰ੍ਹਾਂ ਗੁਰਮੁਖ ਜਨ ਆਪ ਵੀ ਤਰ ਜਾਂਦੇ ਨੇ, ਤੇ 21 ਕੁਲਾਂ ਜਿਹੜੀਆਂ ਹਨ ਉਹ ਵੀ ਆਪਣੀਆਂ ਤਾਰ ਦਿੰਦੇ ਨੇ। ਕਈ ਸਿੱਖ ਵੀ ਇਹ ਸਵਾਲ ਕਈ ਵਾਰ ਕਰਦੇ ਜੀ, ਕਈ ਲੋਕ ਤਰਕ ਕਰਦੇ ਆ ਵੀ ਇਹ ਕਿਵੇਂ, ਉਹਨਾਂ ਦੀ ਕੁਲ 'ਚੋਂ ਫਲਾਨਾ ਆਹ ਕਰਦਾ ਰਿਹਾ, ਉਹ ਕਰਦਾ ਰਿਹਾ। ਜੋ ਮਰਜ਼ੀ ਕੋਈ ਕਹੀ ਜਾਵੇ, ਤੁਸੀਂ ਗੁਰੂ 'ਤੇ ਭਰੋਸਾ ਰੱਖੋ। ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਬਣ ਗਿਆ ਉਹਦਾ ਸਾਰਾ ਟੱਬਰ ਤਰਨਾ ਹੀ ਤਰਨਾ ਹੈ, ਉਹਦਾ ਉਧਾਰ ਗੁਰੂ ਨਾਨਕ ਸਾਹਿਬ ਨੇ ਕਰਨਾ ਹੀ ਹੈ। ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਜਨ ਆਪਣਾ ਜਨਮ ਤਾਂ ਸਵਾਰਦੇ ਨੇ, ਹੋਰਾਂ ਦਾ ਵੀ ਜਨਮ ਸਵਾਰ ਦਿੰਦੇ ਹਨ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਜਿਹੜੇ ਗੁਰਮੁਖ ਨੇ ਨਾ ਸਾਧ ਸੰਗਤ ਜੀ, ਉਹਨਾਂ ਦੇ ਸੂਖਮ ਸਰੀਰ ਨੂੰ ਕਦੀ ਵੀ ਦੁੱਖ ਹੀ ਨਹੀਂ ਲੱਗਦਾ। ਉਹ ਬਿਰਤੀ ਸਮ ਰੱਖਦੇ ਨੇ ਦੁੱਖ ਸੁੱਖ ਦੇ ਵਿੱਚ, ਉਹ ਕਿਸੇ ਤਰ੍ਹਾਂ ਕਲਪਦੇ ਹੀ ਨਹੀਂ ਹੈ, ਕੋਈ ਮੁਸੀਬਤ ਨੂੰ ਮੰਨਦੇ ਹੀ ਨਹੀਂ ਹਨ, ਪਰਵਾਹ ਹੀ ਨਹੀਂ ਕਰਦੇ ਕਿਸੇ ਮੁਸੀਬਤ ਦੀ। ਇਸ ਤਰ੍ਹਾਂ ਗੁਰਮੁਖਾਂ ਦੇ ਮਨ ਦੇ ਉੱਤੇ ਅਸਰ ਨਹੀਂ ਹੁੰਦਾ ਦੁੱਖਾਂ ਸੁੱਖਾਂ ਦਾ। ਗੁਰਮੁਖ ਜਨਾਂ ਦੀ ਜਿਹੜੀ ਬਿਰਤੀ ਆ ਉਹ ਸਮਾਨ ਰਹਿੰਦੀ ਹੈ, ਸੂਖਮ ਸਰੀਰ ਕਰਕੇ ਆਨੰਦ ਵਿੱਚ ਰਹਿੰਦੇ ਹਨ। ਗੁਰਮੁਖ ਹਉਮੈ ਚੁਕੈ ਤੀਰ, ਕਿਉਂਕਿ ਦੁੱਖ ਜਿਹੜਾ ਲੱਗਦਾ ਹੈ ਨਾ, ਦੁੱਖ ਤਾਂ ਲੱਗਦਾ ਹੈ ਹਉਮੈ ਕਰਕੇ। ਜੇ ਅੰਦਰ ਹਉਮੈ ਹੈ, ਹਾਂ ਮੈਂ ਆਪਣੇ ਸਰੀਰ ਦੀ ਹੋਂਦ ਹੰਗਤਾ ਮਮਤਾ, ਫੇਰ ਤਾਂ ਸਰੀਰ ਨੂੰ ਦੁੱਖ ਜ਼ਰੂਰ ਲੱਗਦਾ। ਪਰ ਗੁਰਮੁਖਾਂ ਨੇ ਹਉਮੈ ਦੀ ਪੀੜਾ ਹੀ ਦੂਰ ਕਰਤੀ, ਆਪਣੇ ਅੰਦਰੋਂ ਹਉਮੈ ਨਾਸ਼ ਕਰਤੀ। ਵੇਖੋ ਸਰੀਰ ਦੀ ਹੋਂਦ ਹੀ ਨਹੀਂ ਹੈ। ਬਾਬਾ ਬੰਦਾ ਸਿੰਘ ਜੀ ਦਾ ਮਾਸ ਜਮੂਰਿਆਂ ਨਾਲ ਜਿਹੜਾ ਹੈ ਉਹ ਨੋਚ ਕਰਕੇ ਤੇ ਫਿਰ ਕਲੇਜਾ ਕੱਢ ਕੇ ਪੁੱਤਰ ਨੂੰ ਵੀ ਖਵਾਇਆ, ਉਹਨਾਂ ਫਿਰ ਵੀ ਪਰਵਾਹ ਨਹੀਂ ਕੀਤੀ। ਭਾਈ ਮਨੀ ਸਿੰਘ ਜੀ ਬੰਦ ਕੱਢ ਦਿੱਤੇ, ਖੋਪਰ ਲੱਥ ਗਏ। ਭਾਈ ਤਾਰੂ ਸਿੰਘ ਵਰਗੇ ਗੁਰਸਿੱਖਾਂ ਦੇ ਚਰਖੜੀਆਂ ਤੇ ਚਾੜ ਕੇ ਸ਼ਹਿਬਾਜ਼ ਸਿੰਘ ਸਬੇਗ ਸਿੰਘ ਸ਼ਹੀਦ ਕਰਤੇ, ਪਰ ਉਹਨਾਂ ਨੇ ਦੁੱਖ ਮੰਨਿਆ ਹੀ ਨਹੀਂ। ਕਿਉਂਕਿ ਦੁੱਖ ਤੇ ਹੈ ਹਉਮੈ ਕਰਕੇ। ਜਿਹੜੀ ਪੀੜ ਹੈ ਨਾ ਸਾਧ ਸੰਗਤ ਕਿਸੇ ਤਰ੍ਹਾਂ ਦੀ ਵੀ, ਜਿਹੜਾ ਸਾਨੂੰ ਦੁੱਖ ਲੱਗਦਾ ਹੈ ਸਰੀਰ ਨੂੰ, ਜੰਮਣ ਮਰਨ ਦਾ ਦੁੱਖ ਜਾਂ ਕੋਈ ਵੀ ਬਿਪਤਾ ਹੈ, ਇਹ ਹਉਮੈ ਕਰਕੇ ਹੈ। ਤੇ ਗੁਰਮੁਖ ਹਉਮੈ ਚੁਕੈ ਪੀਰ, ਤੇ ਜਿਹੜੇ ਗੁਰਮੁਖ ਜਾਣੇ ਉਹਨਾਂ ਨੇ ਹਉਮੈ ਦੀ ਪੀੜਾ ਨੂੰ ਚੁਕਾ ਦਿੱਤਾ ਹੈ, ਹਉਮੈ ਨੂੰ ਨਾਸ਼ ਕਰ ਦਿੱਤਾ ਏ। ਗੁਰਮੁਖ ਮਨ ਨਿਰਮਲ, ਫਿਰ ਮੈਲ ਨਾ ਲੱਗੈ। ਗੁਰਮੁਖਾਂ ਦਾ ਮਨ ਮਾਇਆ ਦੀ ਮੈਲ ਤੋਂ ਰਹਿਤ ਨਿਰਮਲ ਸ਼ੁੱਧ ਹੋ ਗਿਆ ਹੈ। ਤੇ ਜਦੋਂ ਇੱਕ ਵਾਰ ਸ਼ੁੱਧ ਹੋ ਗਿਆ, ਫਿਰ ਕਿਸੇ ਪ੍ਰਕਾਰ ਦੀ ਵੀ ਮੈਲ ਉਹਨਾਂ ਦੇ ਮਨ ਨੂੰ, ਉਹਨਾਂ ਦੇ ਜੀਵਨ ਨੂੰ ਆ ਕੇ ਲੱਗਦੀ ਨਹੀਂ ਹੈ। ਗੁਰਮੁਖ ਸਹਿਜ ਸਮਾਵਣਿਆ, ਗੁਰਮੁਖ ਸਹਿਜ ਸਰੂਪ ਵਾਹਿਗੁਰੂ ਵਿੱਚ ਸਮਾਏ ਰਹਿੰਦੇ ਨੇ, ਜਾਂ ਸਹਿਜ ਗਿਆਨ ਦੁਆਰਾ ਵਾਹਿਗੁਰੂ ਵਿੱਚ ਲੀਨ ਰਹਿੰਦੇ ਹਨ ਸਦਾ। ਗੁਰਮੁਖ ਨਾਮ ਮਿਲੈ ਵਡਿਆਈ, ਜਿਹੜੇ ਗੁਰਮੁਖ ਨੇ ਇਹ ਸਾਰੀਆਂ ਜਿਵੇਂ ਬਖਸ਼ਿਸ਼ਾਂ ਹੋਈਆਂ, ਕਿਵੇਂ ਹੋਈਆਂ ਜੇ ਪੁੱਛੇ ਕੋਈ। ਮਹਾਰਾਜ ਕਹਿੰਦੇ ਗੁਰਮੁਖਾਂ ਨੂੰ ਵਾਹਿਗੁਰੂ ਦਾ ਨਾਮ ਜਪਣ ਕਰਕੇ ਹੀ ਵਡਿਆਈ ਮਿਲਦੀ ਹੈ। ਜਿਹੜਾ ਨਾਮ ਜਪਦੇ ਨੇ ਤਾਂ ਹੀ ਉਹਨਾਂ ਨੂੰ ਵਡਿਆਈਆਂ ਮਿਲੀਆਂ ਹਨ। ਗੁਰਮੁਖ ਗੁਣ ਗਾਵੇ ਸੋਭਾ ਪਾਈ, ਗੁਰਮੁਖ ਹਮੇਸ਼ਾ ਹੀ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਤੇ ਗੁਣ ਗਾਉਣ ਕਰਕੇ ਹੀ ਲੋਕ ਪਰਲੋਕ ਵਿੱਚ ਸੋਭਾ ਵਡਿਆਈ ਮਾਣ ਸਤਿਕਾਰ ਪਾਉਂਦੇ ਹਨ। ਸਦਾ ਆਨੰਦ ਰਹੈ ਦਿਨ ਰਾਤੀ, ਗੁਰਮੁਖਾਂ ਨੂੰ ਰਾਤ ਦਿਨ ਆਨੰਦ ਰਹਿੰਦਾ ਹੈ। ਕੱਲਾ ਰਾਤ ਦੇਣੀ ਕਿਉਂ, ਸਦਾ ਹੀ ਜਿੰਨਾ ਜੀਵਨ ਹੈ ਸਾਰੇ ਜੀਵਨ ਦੇ ਵਿੱਚ ਨਿਜ ਸਰੂਪ ਦੇ ਆਨੰਦ ਵਿੱਚ ਕਾਇਮ ਰਹਿੰਦੇ ਹਨ। ਸਦਾ ਆਨੰਦ ਰਹੈ ਦਿਨ ਰਾਤੀ, ਰਾਤ ਦਿਨ ਆਨੰਦ ਮਾਣਦੇ ਨੇ, ਸਦਾ ਹੀ ਆਨੰਦ ਮਾਣਦੇ ਹਨ। ਗੁਰਮੁਖ ਸ਼ਬਦ ਕਰਾਵਣਿਆ, ਕਿਉਂਕਿ ਗੁਰਮੁਖਾਂ ਦੇ ਕੋਲੋਂ ਗੁਰੂ ਮਹਾਰਾਜ ਆਪ ਹੀ ਆਪਣੇ ਸ਼ਬਦ ਦੀ ਕਮਾਈ ਕਰਾਉਂਦੇ ਨੇ।
ਜਾਂ ਗੁਰਮੁਖ ਆਪ ਸ਼ਬਦ ਦੀ ਕਮਾਈ ਅਭਿਆਸ ਕਰਦੇ ਨੇ ਤੇ ਹੋਰਾਂ ਦੇ ਕੋਲੋਂ ਵੀ ਕਮਾਈ ਕਰਾਉਂਦੇ, ਹੋਰਾਂ ਦੇ ਕੋਲੋਂ ਵੀ ਗੁਰਬਾਣੀ ਦਾ ਅਭਿਆਸ ਕਰਾਉਂਦੇ ਹਨ। ਗੁਰਮੁਖ ਅਨ ਦਿਨ ਸਬਦੇ ਰਾਤਾ। ਆ ਜਿਹੜਾ ਗੁਰਮੁਖ ਹੈ ਅਨ ਦਿਨ ਹੁੰਦਾ ਵੀ ਰਾਤ ਦਿਨ ਹਰ ਰੋਜ਼ ਸਦਾ ਹੀ ਉਹ ਗੁਰਬਾਣੀ ਪੜ੍ਹਨ ਵਿੱਚ, ਗੁਰੂ ਦੇ ਉਪਦੇਸ਼ ਨੂੰ ਕਮਾਉਣ ਵਿੱਚ ਹੀ ਰਾਤਾ ਰੰਗਿਆ ਰਚਿਆ ਮਿਚਿਆ ਰਲਿਆ ਮਿਲਿਆ ਰਹਿੰਦਾ ਹੈ। ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਜਿਹੜੇ ਨਾਮ ਜਪਣ ਵਾਲੇ ਨੇ ਉਹ ਚੌਵਾਂ ਯੁੱਗਾਂ ਵਾਲੇ ਸੰਸਾਰ ਦੇ ਵਿੱਚ ਜਾਤਾ ਪ੍ਰਗਟ ਪ੍ਰਤੱਖ ਹੀ ਮੁਕਤ ਰੂਪ ਹੀ ਜਾਣੇ ਜਾਂਦੇ ਹਨ। ਜਾਂ ਗੁਰਮੁਖਾਂ ਨੇ ਚੌਵਾਂ ਯੁੱਗਾਂ ਵਾਲੇ ਸੰਸਾਰ ਵਿੱਚ ਪਰਮੇਸ਼ਰ ਨੂੰ ਵਿਆਪਕ ਜਾਤਾ ਜਾਣ ਲਿਆ ਹੈ। ਗੁਰਮੁਖ ਯੁੱਗਾਂ ਯੁੱਗਾਂ ਦੇ ਵਿੱਚ ਸ਼ੋਭਾ ਵਡਿਆਈ ਵਾਲੇ ਜਾਣੇ ਜਾਂਦੇ ਹਨ। ਗੁਰਮੁਖ ਗੁਣ ਗਾਵੇ ਸਦਾ ਨਿਰਮਲ। ਆ ਗੁਰਮੁਖ ਜਨ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ। ਗੁਣ ਗਾਉਣੇ ਕਰਕੇ ਉਹ ਸਦਾ ਹੀ ਨਿਰਮਲ ਨੇ। ਉਹਨਾਂ ਅੰਦਰ ਈਰਖਾ ਦੀ ਮੈਲ ਨਹੀਂ ਹੈ, ਵੀ ਕਿਸੇ ਨੂੰ ਈਰਖਾ ਨਹੀਂ ਕਰਦੇ, ਕਿਸੇ ਨਾਲ ਦਵੈਸ਼ ਨਹੀਂ ਕਰਦੇ, ਕਿਸੇ ਦੀ ਨਿੰਦਾ ਨਹੀਂ ਕਰਦੇ, ਤ੍ਰਿਸ਼ਨਾ ਉਹਨਾਂ ਦੇ ਅੰਦਰ ਨਹੀਂ ਹੈ, ਹੰਕਾਰ ਉਹ ਨਹੀਂ ਕਰਦੇ, ਵੈਰ ਵਿਰੋਧ ਉਹ ਨਹੀਂ ਰੱਖਦੇ, ਨਾ ਭੈ ਮੰਨਦੇ ਹਨ ਨਾ ਕਿਸੇ ਨੂੰ ਭੈ ਦਿੰਦੇ ਹਨ। ਮਾਇਆ ਕਰਕੇ ਮਾਇਆ ਦਾ ਲਾਲਚ ਉਹ ਨਹੀਂ ਰੱਖਦੇ, ਲੋਭੀ ਉਹ ਨਹੀਂ ਹਨ, ਕਾਮੀ ਉਹ ਨਹੀਂ, ਕ੍ਰੋਧੀ ਉਹ ਨਹੀਂ। ਇਹ ਸਭ ਮੈਲ ਦੇ ਪ੍ਰਕਾਰ ਨੇ। ਤੇ ਗੁਰਮੁਖਾਂ ਨੂੰ ਗੁਣ ਗਾਉਣ ਕਰਕੇ ਕਿਸੇ ਪ੍ਰਕਾਰ ਦੀ ਈਰਖਾ ਨਿੰਦਾ ਚੁਗਲੀ ਦੀ ਮੈਲ ਨਹੀਂ ਲੱਗਦੀ। ਸਬਦੇ ਹਾਂਜੀ ਪੜ੍ਹੋ। ਸਬਦੇ ਭਗਤ ਕਰਾਵਣਿਆ। ਉਹ ਗੁਰੂ ਸਾਹਿਬ ਆਪਣੇ ਸ਼ਬਦ ਦੀ ਕਮਾਈ ਕਰਾ ਕੇ ਪ੍ਰੇਮ ਭਗਤੀ ਕਰਾਉਂਦੇ ਨੇ ਗੁਰਮੁਖਾਂ ਤੋਂ। ਜਾਂ ਗੁਰਮੁਖ ਜਨ ਆਪ ਮਹਾਰਾਜ ਦੇ ਉਪਦੇਸ਼ ਨੂੰ ਮੰਨ ਕੇ ਪ੍ਰੇਮਾ ਭਗਤੀ ਕਰਦੇ ਹਨ। ਉਹਨਾਂ ਨੂੰ ਪਤਾ ਹੈ ਵੀ ਇਹ ਬੰਦਗੀ ਕਰਨ ਦੇ ਨਾਲ ਹੀ ਭਲਾ ਹੋਊਗਾ। ਵੇਖੋ ਹੁਣ ਇਹ ਤਾਂ ਸਥਾਨ ਹੀ ਬੰਦਗੀ ਵਾਲਾ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ। ਇਹ ਇੱਥੇ ਤਾਂ ਬੰਦਗੀ ਦੀ ਹੀ ਗੱਲ ਹੈ। ਇੱਥੇ ਮਹਾਰਾਜ 27 ਵਰ੍ਹਿਆਂ ਦੇ ਕਰੀਬ ਚੌਂਕੜਾ ਮਾਰ ਕੇ ਪਰਮੇਸ਼ਰ ਦੀ ਭਗਤੀ ਹੀ ਕਰਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਤੇ ਜਦੋਂ ਗੁਰਤਾ ਗੱਦੀ ਦੇ ਬਿਰਾਜਮਾਨ ਹੋਏ, ਜਿੱਥੇ ਵੀ ਕਿਸੇ ਨੇ ਕੁਝ ਪੁੱਛਿਆ ਉਹਨੂੰ ਵੀ ਕਿਹਾ ਵੀ ਭਗਤੀ ਕਰ ਲੈ, ਭਗਤੀ ਤੋਂ ਬਿਨਾਂ ਜ਼ਿੰਦਗੀ ਕਿਸੇ ਕੰਮ ਨਹੀਂ ਹੈ। ਉਹ ਇਹੀ ਕਹਿੰਦੇ ਰਹੇ ਵੀ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਸਿਮਰਨ ਕਰਨ ਵਾਸਤੇ ਮਹਾਰਾਜ ਨੇ ਕਿਹਾ ਵੀ ਸਰੀਰ ਦਾ ਕੀ ਪਤਾ ਕਦੋਂ ਅੰਤ ਹੋ ਜੇ। ਜੇ ਤੇਰੀ ਦਾਸਤ ਕੰਮ ਕਰਦੀ, ਜੇ ਹੋਸ਼ ਤੇਰੀ ਕਾਇਮ ਹੈ, ਜਿਵੇਂ ਮਾਤਾ ਦੇ ਉਦਰ 'ਚ ਨਾਮ ਜਪਦਾ ਸੀ ਉਵੇਂ ਕਹਿੰਦੇ ਇੱਥੇ ਵੀ ਨਾਮ ਜਪ ਲੈ। ਰਾਮ ਸਿਮਰ ਇਹ ਤੇਰੇ ਕਾਜ ਹੈ। ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਇਹੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਤੇਰੇ ਕੰਮ ਆਉਣਾ। ਜਾਂ ਮਹਾਰਾਜ ਜੀ ਜਿੱਥੇ ਸਿਮਰ ਨਹੀਂ ਕੋਈ ਕਰਦਾ ਤਾਂ ਉਸ ਨੂੰ ਨੁਕਸਾਨ ਦੱਸਦੇ ਨੇ ਵੀ ਸਿਮਰਨ ਤੋਂ ਵਿਹੂਣਾ ਹੋਣ ਕਰਕੇ ਤੇਰਾ ਕੀ ਨੁਕਸਾਨ ਹੈ। ਇੱਥੋਂ ਤੀਕਰ ਮਹਾਰਾਜ ਨੇ ਕਿਹਾ ਵੀ ਵੇਖ ਅਜਾਮਲ ਵਰਗੇ ਪਾਪੀ, ਗੱਜ ਗਰਾਹ ਵਰਗੇ, ਕਹਿੰਦੇ ਵੀ ਉਹਨਾਂ ਨੇ ਨਾਮ ਜਪਿਆ, ਬੇਨਤੀ ਕੀਤੀ, ਰੱਬ ਨੂੰ ਚੇਤੇ ਕੀਤਾ, ਉਹ ਛੁੱਟ ਗਏ ਆ, ਤੂੰ ਕਿਉਂ ਨਹੀਂ ਤਰੇਂਗਾ। ਇਸ ਕਰਕੇ ਬੰਦਗੀ ਵਾਲਾ ਸਥਾਨ ਹੈ ਬਾਬਾ ਬਕਾਲਾ ਸਾਹਿਬ। ਤੇ ਬੰਦਗੀ ਦੀ ਦਾਤ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੋਂ ਮਿਲਦੀ ਹੈ। ਜਿਹਨੂੰ ਭਗਤੀ ਮਿਲ ਗਈ ਨਾ ਪਿੱਛੇ ਕੁਝ ਨਹੀਂ ਜੇ ਰਹਿ ਜਾਂਦਾ। ਇਹ ਐਵੇਂ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਮੰਗਦੇ ਰਹਿੰਦੇ ਹਾਂ। ਜਿਵੇਂ ਇੱਕ ਕੋਈ ਰੁਪਈਆ ਮੰਗੀ ਜਾਣਾ ਤੇ ਇੱਕ ਕੋਈ ਸਾਰੀ ਜਾਇਦਾਦ ਹੀ ਦੇ ਦੇਣੀ। ਇਵੇਂ ਹੀ ਗੁਰੂ ਮਹਾਰਾਜ ਤੋਂ ਭਗਤੀ ਮੰਗ ਲੈਣੀ, ਸਾਰਾ ਕੁਝ ਹੀ ਆ ਗਿਆ। ਇੱਕ ਨਿੱਕੀਆਂ ਨਿੱਕੀਆਂ ਚੀਜ਼ਾਂ, ਕਦੀ ਕੁਝ ਮੁੱਕ ਜਾਂਦਾ ਸਾਡਾ, ਕਦੀ ਕੁਝ ਮੁੱਕ ਜਾਂਦਾ, ਉਹ ਅਸੀਂ ਮੰਗਦੇ ਹਾਂ ਜ਼ਿਆਦਾ ਆ ਕੇ। ਕਦੀ ਕਹਿੰਦੇ ਹਾਂ ਵੀ ਸਾਡੀ ਪੜ੍ਹਾਈ ਪੂਰੀ ਹੋ ਜੇ, ਕਈ ਕਹਿੰਦੇ ਹਾਂ ਵੀ ਰੋਗ ਦੂਰ ਹੋ ਜੇ, ਕਦੀ ਕਹਿੰਦੇ ਹਾਂ ਵੀ ਪ੍ਰਦੇਸੀ ਚਲੇ ਜਾਈਏ, ਫਿਰ ਕਹਿੰਦੇ ਪੱਕੇ ਹੋ ਜਾਈਏ। ਇੱਕ ਇੱਕ ਚੀਜ਼ ਮੰਗਦੇ ਹੋ। ਪਰਮੇਸ਼ਰ ਦੀ ਭਗਤੀ ਮੰਗ ਲਓ, ਇਹ ਬਾਕੀ ਚੀਜ਼ਾਂ ਦਾ ਸਾਰੀਆਂ ਵਿੱਚ ਹੀ ਆ ਜਾਣੀਆਂ। ਮਹਾਰਾਜ ਭਗਤੀ ਦੇ ਦਿਓ ਬਸ, ਭਗਤੀ ਵਿੱਚ ਹੀ ਤਾਂ ਸਾਰਾ ਸੁੱਖ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਪਰਮੇਸ਼ਰ ਦਾ ਨਾਮ ਤੇ ਸੁੱਖਾਂ ਦੀ ਮਣੀ ਹੈ। ਕਾਹਦੇ ਲਈ ਫਿਰ ਕੌਡੀਆਂ ਮੰਗਦੇ ਆ। ਨਾਮ ਮੰਗ ਲਓ, ਤੁਹਾਡੇ ਸਾਰੇ ਹੀ ਕੰਮ ਵਿੱਚ ਹੀ ਸਬਰ ਜਾਣਗੇ, ਕੋਈ ਪਿੱਛੇ ਕੰਮ ਰਹੇਗਾ ਨਹੀਂ। ਜੇ ਨਾਮ ਜਪਣ ਦੀ ਗੱਲ ਕਰੀਏ ਤਾਂ ਨਾਮ ਜਪਦੇ ਰਹੇ ਜਿਹੜੇ ਭਗਤ ਜਨ। ਸਕੂਲ ਕਰਕੇ ਉਹ ਸਾਧ ਸੰਗਤ ਪੜ੍ਹੇ ਨਹੀਂ ਸੀ ਉਦੋਂ, ਪਰ ਉਹਨਾਂ ਦੀ ਬਾਣੀ ਪੜ੍ਹਨ ਵਾਸਤੇ ਸਕੂਲਾਂ ਵਾਲੇ ਵੀ ਫੇਲ ਹੋ ਜਾਂਦੇ ਨੇ। ਹੁਣ ਉਹਨਾਂ ਦੀ ਬਾਣੀ 'ਤੇ ਵੱਡੇ ਵੱਡੇ PhDਆਂ ਕਰਦੇ ਹਨ, ਫਿਰ ਵੀ ਸਮਝ ਨਹੀਂ ਆਉਂਦੀ।
ਵੇਖੋ ਵੀ ਉਹਨਾਂ ਦੀ ਵਿੱਦਿਆ ਵੱਡੀ ਸੀ ਜਾਂ ਹੁਣ ਜਿਹੜੇ ਆਪਣੇ ਅੱਗੇ ਡਿਗਰੀਆਂ ਲਵਾਈ ਫਿਰਦੇ ਉਹਨਾਂ ਦੀ ਵਿੱਦਿਆ ਵੱਡੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪ੍ਰੇਮਾ ਭਗਤੀ ਮੰਗਣੀ ਚਾਹੀਦੀ ਆ। ਗੁਰਮੁਖ ਸ਼ਬਦ ਉਪਦੇਸ਼ ਦੁਆਰਾ ਆਪ ਪ੍ਰੇਮਾ ਭਗਤੀ ਕਰਦੇ ਨੇ, ਹੋਰਾਂ ਦੇ ਕੋਲੋਂ ਵੀ ਪ੍ਰੇਮਾ ਭਗਤੀ ਕਰਾਉਂਦੇ ਹਨ। ਬਾਝ ਗੁਰੂ ਹੈ ਅੰਧ ਅੰਧਾਰਾ, ਪਰ ਜਿਹੜਾ ਗੁਰੂ ਮਹਾਰਾਜ ਤੋਂ ਬਾਝ ਬਗੈਰ ਹੈ, ਜਿਹੜਾ ਗੁਰੂ ਵਾਲਾ ਨਹੀਂ ਬਣਿਆ, ਉਹ ਮਨਮੁਖ ਪੁਰਖ ਹੈ। ਉਹ ਵਿਚਾਰ ਵਿਵੇਕ ਤੇ ਵਿਰਾਗ ਰੂਪੀ ਨੇਤਰਾਂ 'ਚ ਵਿਚਾਰ ਰੂਪੀ ਨਿਗਾਹ ਨਾ ਹੋਣ ਕਰਕੇ ਕਹਿੰਦੇ ਅੰਨੇ ਹੀ ਹੈ। ਬਸ ਅੱਖਾਂ ਭਾਵੇਂ ਉਹਨਾਂ ਦੀਆਂ ਕੰਮ ਕਰਦੀਆਂ ਨੇ, ਪਰ ਅੰਦਰੋਂ ਅੰਨੇ ਹਨ ਗੁਰੂ ਤੋਂ ਬਗੈਰ। ਗਰਠੇ ਕਰਹੇ ਪੁਕਾਰਾ, ਤੇ ਕਹਿੰਦੇ ਵੀ ਜਿਹੜਾ ਜਮ ਕਾਲ ਗਰਠੇ, ਜਿਹੜਾ ਸਾਰਿਆਂ ਦਾ ਕਾਲ ਕਰਨ ਵਾਲਾ ਜਮ ਹੈ, ਉਹਨਾਂ ਨੂੰ ਗਰਠੇ ਕੀ ਹੁੰਦਾ ਹੈ ਵੀ ਗਰਸੀ ਰੱਖਦਾ। ਹਮੇਸ਼ਾ ਹੀ ਉਹ ਜਮ ਕਾਲ ਦੇ ਵਸ ਪਏ ਰਹਿੰਦੇ, ਫਿਰ ਪੁਕਾਰਾਂ ਕਰਦੇ, ਫੇਰ ਤਰਲੇ ਕੱਢਦੇ ਆ, ਫੇਰ ਕਹਿੰਦੇ ਵੀ ਮੌਕਾ ਦੇ ਦੇ ਕਰਾਂ ਨਾਮ ਜਪ ਲਈਏ। ਕਹਿੰਦੇ ਹੁਣ ਨਹੀਂ, ਸਮਾਂ ਲੰਘ ਗਿਆ, ਹੁਣ ਭੋਗ ਆਪਣਾ ਕੀਤਾ ਹੋਇਆ, ਆਪਣਾ ਕੀਆ ਸਹਵੇ ਜੀਆ, ਆਪਣਾ ਕੀਆ ਜੋ ਤੂੰ ਕਹਿੰਦੇ ਕਰਮ ਕੀਤਾ ਸੀ, ਹੁਣ ਤੂੰ ਸਹਾਰ ਭਾਈ। ਫੇਰ ਪੁਕਾਰਾਂ ਕਰਦੇ ਹਨ, ਫੇਰ ਦੁਖੀ ਹੁੰਦੇ ਹਨ। ਸੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਗੁਰਮੁਖਾਂ ਦੇ ਉਲਟ ਮਨਮੁਖ ਉਹ ਨੇ ਜਿਹੜੇ ਗੁਰੂ ਦਾ ਬਚਨ ਨਹੀਂ ਮੰਨਦੇ, ਉਹ ਅੰਧੇ ਨੇ, ਉਹਨਾਂ ਨੂੰ ਅਗਿਆਨਤਾ ਦਾ ਹਨੇਰਾ ਪਿਆ ਰਹਿੰਦਾ ਸਦਾ। ਜਮਕਾਲ ਦੇ ਵਸ ਪਏ ਹੋਏ ਗਰਠੇ ਗਰਸੇ ਰਹਿੰਦੇ ਹਨ, ਪੁਕਾਰਾਂ ਕਰਦੇ ਰੋਂਦੇ ਹਨ। ਫੇਰ ਅਨ ਦਿਨ ਰੋਗੀ ਵਿਸ਼ਟਾ ਕੇ ਕੀੜੇ, ਜਿਹੜੇ ਮਨਮੁਖ ਨੇ ਉਹ ਰਾਤ ਦਿਨ ਹੀ ਰੋਗੀਆਂ ਦੀ ਨਿਆਈ ਰਹਿੰਦੇ ਹਨ। ਜਿਹੜਾ ਰੋਗੀ ਬਿਮਾਰ ਪੁਰਖ ਹੁੰਦਾ ਹੈ ਨਾ, ਹਾਏ ਹਾਏ ਕਰਦਾ ਰਹਿੰਦਾ ਹੈ ਨਾ ਹਰ ਸਮੇਂ, ਕਹਿੰਦੇ ਵੀ ਉਹ ਰੋਗੀ ਹਨ। ਉਹਨਾਂ ਦੇ ਅੰਦਰ ਅਗਿਆਨਤਾ ਦਾ ਰੋਗ ਹੈ, ਹਉਮੈ ਦਾ ਰੋਗ ਹੈ, ਵਿਸ਼ੇ ਵਿਕਾਰਾਂ ਦਾ ਰੋਗ ਹੈ। ਇਸ ਰੋਗ ਕਰਕੇ ਦੁਖੀ ਨੇ। ਵਿਸ਼ਟਾ ਕੇ ਕੀੜੇ, ਜਿਵੇਂ ਗੰਦਗੀ ਦੇ ਕੀੜੇ ਹੁੰਦੇ ਨਾ, ਗੰਦਗੀ ਦੇ ਵਿੱਚ ਨਿੱਕੇ ਨਿੱਕੇ ਕਰਮ ਹੁੰਦੇ ਹਨ, ਨਾਲੀਆਂ ਵਿੱਚ ਗੰਦਗੀ 'ਚ ਵਿਸ਼ਟਾ 'ਚ, ਕਹਿੰਦੇ ਵੀ ਉਹ ਗੰਦਗੀ ਦੇ ਕੀੜੇ ਹੀ ਬਣੇ ਰਹਿੰਦੇ ਹਨ। ਤੇ ਉਹ ਗੰਦਗੀ ਦੇ ਵਿੱਚ ਕੀੜੇ ਬਣੇ ਹੋਏ ਵਿਸ਼ਟਾ 'ਚ ਦੁੱਖ ਪਾਉਂਦੇ ਨੇ। ਪਹਿਲਾਂ ਉਹ ਗਰਭ ਰੂਪੀ ਵਿਸ਼ਟਾ 'ਚ ਪਏ ਰਹੇ, ਇੱਥੇ ਵਿਕਾਰਾਂ ਰੂਪੀ ਵਿਸ਼ਟਾ 'ਚ ਪਏ ਰਹੇ, ਅੱਗੇ ਨਰਕਾਂ ਰੂਪੀ ਗੰਦਗੀ 'ਚ ਪੈ ਕੇ ਸਦਾ ਦੁੱਖ ਹੀ ਪਾਉਂਦੇ ਹਨ। ਗੁਰਮੁਖਾਂ ਦਾ ਇਹ ਭਰੋਸਾ ਹੁੰਦਾ ਹੈ ਵੀ ਆਪ ਹੀ ਪਰਮੇਸ਼ਰ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ ਉਹਨਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ ਤੇ ਕਰਾਏ ਆਪ ਹੀ ਹੋਰਾਂ ਨੂੰ ਪ੍ਰੇਰ ਕੇ ਪਾਲਣਾ ਕਰਾ ਰਿਹਾ ਹੈ। ਗੁਰਮੁਖ ਹਿਰਦੈ ਮੁੱਠਾ ਆਪ ਆਏ, ਗੁਰਮੁਖ ਹਿਰਦੈ ਮੁੱਠਾ ਆਪ ਆਏ। ਜਿਹੜੇ ਗੁਰਮੁਖ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਆਪ ਆ ਕੇ ਕਹਿੰਦੇ ਵਸਿਆ ਹੋਇਆ, ਸਾਖਾਤ ਹੋ ਕੇ ਸਦਾ ਹੀ ਵਸਦਾ ਹੈ। ਜਾਂ ਜਿਹੜੇ ਗੁਰਮੁਖ ਜਨ ਹਨ, ਉਹ ਗੁਰਮੁਖ ਆਪੇ ਕਰੇ ਕਰਾਏ। ਜਿਹੜੇ ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ, ਉਹਨਾਂ ਦਾ ਭਰੋਸਾ ਹੈ ਵੀ ਗੁਰੂ ਸਾਹਿਬ ਆਪ ਹੀ ਗੁਰਮੁਖ ਰੂਪ ਬਣ ਕੇ ਜਗਿਆਸੂ ਰੂਪ ਹੋ ਕਰਕੇ ਤੇ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਧਾਰਨ ਕਰਦੇ ਨੇ। ਆਪ ਹੀ ਕਹਿੰਦੇ ਅਭਿਆਸ ਕਰਦੇ ਹਨ ਤੇ ਆਪ ਹੀ ਮਹਾਰਾਜ ਜੀ ਕਰਾਉਂਦੇ ਹਨ। ਤੇ ਜਿਹੜੇ ਅਭਿਆਸ ਕਰਦੇ ਕਰਾਉਂਦੇ ਨੇ, ਉਹ ਗੁਰਮੁਖਾਂ ਦੇ ਹਿਰਦੇ 'ਚ ਸਦਾ ਵਾਹਿਗੁਰੂ ਵਸਿਆ ਰਹਿੰਦਾ ਹੈ, ਆਪ ਆ ਕੇ ਸਾਖਿਆਤ ਹੋ ਕੇ। ਨਾਨਕ ਨਾਮ ਮਿਲੈ ਵਡਿਆਈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਗੁਰਮੁਖਾਂ ਨੂੰ ਨਾਮ ਜਪਣ ਕਰਕੇ ਵਡਿਆਈ ਮਿਲਦੀ ਹੈ ਦੋਵਾਂ ਲੋਕਾਂ ਦੇ ਵਿੱਚ। ਪਰ ਇਹ ਨਾਮ ਜਪਣਾ ਵੀ ਤਾਂ ਪੂਰੇ ਗੁਰਾਂ ਤੋਂ ਹੀ ਪ੍ਰਾਪਤ ਹੁੰਦਾ ਹੈ ਨਾ। ਨਾਮ ਜਪੀਏ ਤਾਂ ਗੁਰਮੁਖ ਬਣੀਦਾ ਹੈ, ਪਰ ਨਾਮ ਮਿਲਦਾ ਹੈ ਗੁਰਾਂ ਦੇ ਕੋਲੋਂ, ਗੁਰੂ ਸਾਹਿਬ ਦੇ ਕੋਲੋਂ ਪ੍ਰਾਪਤ ਕਰਕੇ ਹੀ ਤਾਂ ਕਹੀਦਾ ਹੈ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਮਹਾਰਾਜ ਸਾਹਿਬ ਜੀ ਦਾ ਨਾਮ ਜਪਿਆਂ ਹੀ ਵਡਿਆਈਆਂ ਮਿਲਦੀਆਂ ਨੇ ਤੇ ਨਾਮ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ ਦਿੰਦੇ ਹਨ। ਗੁਰਮੁਖਾਂ ਦਾ ਜੀਵਨ ਮਹਾਰਾਜ ਸਾਹਿਬ ਨੇ ਕਿਹਾ ਇਸ ਸ਼ਬਦ ਦੇ ਵਿੱਚ, ਪਾਤਸ਼ਾਹ ਕਿਰਪਾ ਕਰਨ ਗੁਰਮੁਖ ਜੀਵਨ ਬਣ ਜਾਵੇ ਸਾਡਾ ਵੀ। ਮਨਮੁਖਤਾਈ ਵਿੱਚ ਹੀ ਜਿਉਂਦੇ ਆ ਕਈ ਜਨਮ ਲੰਘ ਗਏ ਹਨ। ਮਹਾਰਾਜ ਸਾਹਿਬ ਗੁਰਮੁਖ ਬਣਾ ਕੇ ਆਪਣੇ ਚਰਨਾਂ ਨਾਲ ਮੇਲ ਲੈਣ, ਕਿਉਂਕਿ ਮਨੁੱਖਾ ਜਨਮ ਦਾ ਇਹੀ ਲਾਭ ਹੋਵੇਗਾ। ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ, ਅਨੇਕਾਂ ਭੁੱਲਾਂ ਗਲਤੀਆਂ ਹੋਈਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਗੁੱਠਾ ਆਪ ਆਏ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਦੇ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਦਾਂ ਕਰਿਆ ਸਿੱਧੇ ਕਰਕੇ